ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਾਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਵਾਹੜਾ, ਕਿਉ ਮਿਲਿਐ ਹਰਿ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾੜਾ, ਕਿਉ ਮਿਲਿਐ ਹਰਿ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਅਦਬ ਸਤਿਕਾਰ ਦੇ ਸਹਿਤ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਚੱਲ ਰਹੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਅੱਜ ਜੋ ਮਹੀਨਾ ਆਰੰਭ ਹੋ ਰਿਹਾ 12 ਮਹਾਨਾਮ ਦੀ ਬਾਣੀ ਵਿੱਚੋਂ ਆਏ ਮਹੀਨੇ ਦੀ ਵਿਚਾਰ ਸ਼ਰਵਣ ਕਰਨ ਵਾਸਤੇ
ਆਪ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਔਰ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਸਾਰੇ ਨਗਰਾਂ ਵਿੱਚ ਵੀ ਜਿਤਨੇ ਗੁਰੂ ਘਰ ਹਨ, ਸੰਗਤਾਂ ਸੰਗਰਾਂਦ ਵਾਲੇ ਪੁਰਬ 'ਤੇ ਇਕੱਤਰਤ ਹੁੰਦੀਆਂ ਹਨ ਔਰ ਗੁਰੂ ਮਹਾਰਾਜ ਦੀ ਪਾਵਨ ਬਾਣੀ 12 ਮਾਹਾਂ ਵਿੱਚੋਂ ਮਹੀਨੇ ਦੀ ਵਿਚਾਰ ਸਰਵਣ ਕਰਦੀਆਂ ਹਨ। ਜਿੱਥੇ ਸਿਆਣੇ ਗ੍ਰੰਥੀ ਸਿੰਘ ਵਿਦਵਾਨ ਹਨ, ਉਹ ਨਾਲ ਨਾਲ ਮਹੀਨੇ ਦੀ ਵਿਚਾਰ ਵੀ ਸਰਵਣ ਕਰਾਉਂਦੇ ਹਨ। ਇਤਿਹਾਸਕ ਗੁਰਸਥਾਨ ਜਿਤਨੇ ਵੀ ਹਨ, ਉੱਥੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਨਿਤਨੇਮ ਔਰ ਸੰਪੂਰਨ ਸ਼੍ਰੀ ਆਸਾ ਵਾਰ ਦਾ ਕੀਰਤਨ ਰਾਗੀ ਸਿੰਘ ਗੁਰੂ ਕੇ ਕੀਰਤਨੀਏ ਸਰਵਣ ਕਰਾਉਂਦੇ ਹਨ। ਲੜੀਵਾਰ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਔਰ ਪਿਛਲੇ ਪਹਿਰਾਂ ਵਿਖੇ ਗੁਰ ਇਤਿਹਾਸ ਦੀ ਵਿਚਾਰ ਸੰਗਤਾਂ ਸਰੋਤੇ ਸਰਵਣ ਕਰਦੇ ਹਨ ਔਰ ਸਮੇਂ ਦੇ ਨਾਲ ਕੀਰਤਨ ਦੀਆਂ ਚੌਂਕੀਆਂ ਉਹ ਵੀ ਚੱਲਦੀਆਂ ਹਨ ਔਰ ਸ਼ਾਮ ਦਾ ਨਿਤਨੇਮ ਔਰ ਮਹਾਰਾਜ ਦਾ ਰਹਿਰਾਸ ਸਾਹਿਬ, ਕੀਰਤਨ ਸੋਹਿਲਾ, ਆਰਤੀ, ਸੋਖਾਸਨ, ਇਹ ਜਿਤਨੇ ਵੀ ਇਤਿਹਾਸਕ ਸਥਾਨ ਹਨ, ਉੱਥੇ ਤੇ ਇਸੇ ਤਰ੍ਹਾਂ ਹੀ ਮਰਜ਼ਾਦਾ ਚੱਲਦੀ ਹੈ। ਇਹਨਾਂ ਸਥਾਨਾਂ ਤੋਂ ਸਿੱਖਿਆ ਲੈ ਕੇ ਨਗਰਾਂ 'ਚ ਵੀ ਐਸਾ ਹੀ ਚਾਹੀਏ, ਪਰੰਤੂ ਵਿਰਲੇ ਵਿਰਲੇ ਸਥਾਨ ਹਨ ਜਿੱਥੇ ਇਹ ਪਰੰਪਰਾਗਤ ਸਾਰੀ ਮਰਜ਼ਾਦਾ ਚੱਲਦੀ ਚਲਾਉਂਦੀ ਹੈ। ਗੁਰੂ ਮਹਾਰਾਜ ਦੀ ਮਹਾਨ ਬਖਸ਼ਿਸ਼ ਹੈ, ਇਸ ਨਗਰ ਵਿੱਚ ਸਤਿਗੁਰੂ ਜੀ ਨੇ ਬੇਬੇ ਨਾਨਕੀ ਜੀ ਦਾ ਪਿਆਰ ਖਿੱਚ ਚਰਨ ਪਾਏ, ਮੋਦੀਖਾਨੇ ਦੀ ਕਿਰਤ ਕੀਤੀ, ਨਾਮ ਜਪਿਆ ਜਪਾਇਆ ਔਰ ਸੰਗਤਾਂ ਵਿੱਚ ਵਿਚਰੇ, ਬੇਅੰਤ ਬਖਸ਼ਿਸ਼ਾਂ ਵੰਡੀਆਂ ਅਤੇ ਬੜਾ ਲੰਬਾ ਸਮਾਂ ਇਸ ਨਗਰ ਵਿੱਚ ਸਰਵਣ ਸਰੂਪ ਧਾਰ ਕੇ ਉਹ ਕਰਦੇ ਰਹੇ, ਬਖਸ਼ਾਂ ਕਰਦੇ ਰਹੇ। ਸੰਸਾਰ ਵਿੱਚ ਵੀ ਅਨੇਕਾਂ ਜਗ੍ਹਾ 'ਚ ਵਿਚਰੇ, ਬੇਅੰਤ ਪ੍ਰਕਾਰ ਦੇ ਜਿਗਿਆਸੂ ਉਹਨਾਂ ਨੂੰ ਮਿਲਦੇ ਮਿਲਾਉਂਦੇ ਰਹੇ ਔਰ ਉਹਨਾਂ ਦੇ ਸ਼ੰਕੇ, ਉਹਨਾਂ ਦੀ ਨਿਵਰਤੀ ਗੁਰਬਾਣੀ ਦੁਆਰਾ ਆਪ ਜੀ ਕਿਰਪਾ ਕਰਦੇ ਰਹੇ। ਉਹਨਾਂ ਪੂਰਨਿਆਂ 'ਤੇ ਚੱਲਦਿਆਂ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਿੱਛੋਂ ਆਪਣਾ ਜੋਤ ਜਾਮਾ ਬਖਸ਼ਦੇ ਰਹੇ। ਆਉਣ ਵਾਲੇ ਸਾਰੇ ਗੁਰੂ ਸਾਹਿਬ, ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ, ਉਸੇ ਉੱਤੇ ਉਹਨਾਂ ਨੇ ਬਹੁਤ ਤਗੜੇ ਹੋ ਕੇ ਪਹਿਰਾ ਦਿੱਤਾ। ਕਠਿਨਾਈਆਂ ਵੀ ਵਿੱਚ ਕਾਫੀ ਆਈਆਂ। ਪੰਚਮ ਪਾਤਸ਼ਾਹ ਦੀ ਸ਼ਹੀਦੀ, ਛੇਵੇਂ ਪਾਤਸ਼ਾਹ ਵੇਲੇ ਦੁਸ਼ਟ ਚੌਕੜੀ ਵੱਲੋਂ ਯੁੱਧਾਂ ਜੰਗਾਂ ਦਾ ਸਮਾਂ ਵੀ ਬਣਿਆ। ਨੌਵੇਂ ਪਾਤਸ਼ਾਹ ਦੀ ਸ਼ਹੀਦੀ, 10ਵੇਂ ਪਾਤਸ਼ਾਹ ਵੇਲੇ ਫਿਰ ਐਸਾ ਸਮਾਂ ਵੀ ਬਣਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਧਰਮ ਰੱਖਿਅਕ, ਮਰਜ਼ਾਦਾ ਪੁਰਸ਼ੋਤਮ, ਮਰਜ਼ਾਦਾ ਵਿੱਚ ਰਹਿ ਕੇ ਧਰਮ ਯੁੱਧ ਵੀ ਕੀਤੇ। ਜੋ ਗੁਰੂ ਸਾਹਿਬ ਦਾ ਸਿਧਾਂਤ ਸੀ, ਉਸ ਨੂੰ ਅਖੰਡ ਢੰਗ ਦੇ ਨਾਲ
ਬੜੀ ਸੂਰਬੀਰਤਾ ਦੇ ਨਾਲ ਪ੍ਰਚਾਰਿਆ। ਵਿਘਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਖਾਲਸਾ ਪੰਥ ਦਾ ਸਮਾਂ ਆਇਆ, ਉਹਨਾਂ ਨੇ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਹੋਇਆਂ ਇਹ ਸੰਗਤ ਪੰਗਤ ਜਿਹੜੀ ਧਰਮ ਮਰਜ਼ਾਦਾ ਚਲਾਈ ਸੀ ਉਸ ਨੂੰ ਕਾਇਮ ਰੱਖਣ ਵਾਸਤੇ ਕਈ ਵਾਰੀ ਸ਼ਹੀਦੀਆਂ ਬਲੀਦਾਨ ਵੀ ਦੇਣੇ ਪਏ। ਔਰ ਖਾਲਸਾ ਪੰਥ ਨੇ ਦ੍ਰਿੜਤਾ ਦੇ ਨਾਲ ਜਿਹੋ ਜਿਹਾ ਸਮਾਂ ਸੀ ਉਹਦਾ ਟਾਕਰਾ ਕਰਦਿਆਂ ਹੋਇਆਂ ਬੜੀ ਨਿੱਘਰ ਦ੍ਰਿੜਤਾ ਦੇ ਨਾਲ ਸੇਵਾ ਕਰਦਿਆਂ ਹੋਇਆਂ ਜਿਹੜੀ ਗੁਰੂ ਕੀ ਨਿਸ਼ਾਨਾ ਧਾਮਾਂ ਦੀ ਮਰਜ਼ਾਦਾ ਸੀ ਉਹਨੂੰ ਕਾਇਮ ਰੱਖਿਆ। ਸੋ ਇਸ ਵਾਸਤੇ ਅੱਜ ਬਰਕਤ ਜਿਹੜੀ ਹੈ ਉਹ ਨਾਮ ਬਾਣੀ ਦੀ ਹੈ। ਇਹ ਇੱਕ ਸ਼ਕਤੀ ਭਗਤੀ ਹੈ ਜਿਹਦੇ ਦੁਆਰਾ ਮਹਾਰਾਜ ਪੰਥ ਨੂੰ ਕਈ ਵਾਰੀ ਕੁਠਾਲੀ ਵਿੱਚ ਪਿਆ ਪਰ ਉਹ ਸੋਨੇ ਤੋਂ ਕੁੰਦਨ ਬਣ ਕੇ ਹੀ ਨਿਕਲਿਆ, ਕਿਉਂਕਿ ਸਾਰਾ ਮਹਾਰਾਜ ਆਪ ਹੀ ਕਿਰਪਾ ਕਰਕੇ ਮਰੀਦ ਹੋਣਾ, ਸ਼ਹੀਦ ਹੋਣਾ, ਇਹ ਸਾਰੀਆਂ ਬਰਕਤਾਂ ਜਿਹੜੀਆਂ ਖਾਲਸੇ ਪੰਥ ਨੂੰ ਬਖਸ਼ਿਸ਼ ਕਰਕੇ ਗਏ ਹਨ। ਉਹ ਵਿਆਹ ਪੁਰਬ ਮਨਾਏ ਹੈ, ਨਗਰ ਕੀਰਤਨ ਕੱਲ੍ਹ ਬਾਬਾ ਬਿਧੀ ਚੰਦ ਜੀ ਦੀ ਸਾਲਾਨਾ ਯਾਦ ਬਰਸੀ ਉਹਨਾਂ ਦੇ ਨਗਰ ਵਿੱਚ ਬੜੀ ਧੂਮਧਾਮ ਨਾਲ ਮਨਾਈ ਗਈ ਹੈ। ਅੱਜ ਸੰਗਰਾਂਦ ਦਾ ਪੁਰਬ ਹੈ ਜੋ ਬਰਸਾਤ ਰੁੱਤ ਸੀ ਉਹ ਪੂਰੀ ਹੋ ਗਈ ਹੈ। ਸਾਉਣ ਭਾਦੋਂ ਦੇ ਜਿਹੜੇ ਮਹੀਨੇ ਪਾਵਸ ਰੁੱਤ ਕਹਿ ਦਿੰਦੇ ਆ, ਹੁਣ ਇਹ ਅੱਸੂ ਕੱਤਕ ਜਿਹੜੀ ਹੈ ਇਹਦੇ 'ਚ ਫਿਰ ਮੌਸਮ ਤਬਦੀਲ ਹੋ ਜਾਂਦਾ ਹੈ। ਥੋੜ੍ਹੀ ਥੋੜ੍ਹੀ ਠੰਡ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ਿਸ਼ਰ ਰੁੱਤ, ਇਸ ਤਰ੍ਹਾਂ ਰੁੱਤਾਂ 2-2 ਮਹੀਨਿਆਂ ਦੀਆਂ, ਸਿਆਣੇ ਨੇ 12 ਮਹੀਨਿਆਂ ਨੂੰ ਵੰਡਿਆ, ਮਹੀਨੇ ਨੂੰ ਵੀ ਦਿਨਾਂ ਵਿੱਚ ਵੰਡਿਆ, ਹਫ਼ਤਿਆਂ ਵਿੱਚ ਔਰ ਪਹਿਰਾਂ ਦੇ ਵਿੱਚ ਘੜੀਆਂ ਆ, ਮਹੂਰਤ ਆ, ਥੋੜ੍ਹੇ ਥੋੜ੍ਹੇ ਸਮੇਂ ਦੀ ਵੀ ਵੰਡ ਉਹ ਗ੍ਰੰਥਾਂ ਵਿੱਚ ਕਾਫੀ ਇਸ ਤਰ੍ਹਾਂ ਦਾ ਲਿਖਿਆ ਲਿਖਾਇਆ ਹੈ। ਸੋ ਸਮੇਂ ਦੀ ਵੰਡ ਘੜੀਆਂ ਦੁਆਰਾ ਵੀ ਕੀਤੀ ਹੈ। ਉਵੇਂ ਹੁਣ ਕਿਸੇ ਨੂੰ ਪਤਾ ਹੀ ਨਾ ਲੱਗੇ ਮੇਰਾ ਡਿਊਟੀ ਕਦੋਂ, ਉਹ ਘੜੀ ਦੱਸ ਦਿੰਦੀ ਹੈ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਤੇਰੀ ਸੇਵਾ ਹੋਈ। ਚਾਹੇ ਸਰਕਾਰੀ ਦਫ਼ਤਰਾਂ ਦੇ ਕੰਮ ਆ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ, ਏਅਰਪੋਰਟਾਂ 'ਤੇ ਜਾਣਾ ਜਾਂ ਧਾਰਮਿਕ ਸੰਸਥਾਵਾਂ ਦੀਆਂ ਸੇਵਾਵਾਂ, ਉਹ ਸਮੇਂ ਦੀ ਵੰਡ ਦੇ ਨਾਲ ਹੀ ਪਤਾ ਲੱਗਦਾ। ਘੜੀਆਂ ਕਲੌਕ ਜਿਹੜੇ ਦੱਸ ਦਿੰਦੇ ਅੱਜ ਕੱਲ੍ਹ ਤਾਂ ਮੋਬਾਈਲਾਂ 'ਚ ਆ ਜਾਂਦਾ ਸਮਾਂ। ਸੋ ਇਸ ਵਾਸਤੇ ਹੁਣ ਇਹ ਅੱਸੂ ਦਾ ਮਹੀਨਾ ਆਰੰਭ ਹੋ ਰਿਹਾ। ਵਰਸ਼ਾ ਵੀ ਐਤਕੀ ਸਮੇਂ ਨਾਲ ਪੈਂਦੀ ਰਹੀ ਹੈ, ਨਹੀਂ ਤਾਂ ਆਮ ਕਿਸਾਨ ਲੋਕਾਂ ਨੂੰ ਮੋਟਰਾਂ ਦੇ ਪਾਣੀ ਵਗੈਰਾ ਜਾਂ ਜਿੱਥੇ ਕੋਈ ਨਹਿਰੀ ਇਲਾਕਾ ਹੈ ਅਤੇ ਭਾਵੇਂ ਇਹਨਾਂ 'ਤੇ ਕੋਈ ਸੰਕਟ ਦੇ ਵੀ ਦਿਨ ਆ ਔਰ ਕੁਦਰਤ ਨੇ ਮਦਦ ਵੀ ਬੜੀ ਰੱਖੀ ਹੈ। ਸਮੇਂ ਨਾਲ ਹੀ ਵਰਸ਼ਾ ਵਗੈਰਾ ਹੁੰਦੀ ਰਹੀ ਹੈ। ਸੋ ਇਸ ਕਰਕੇ ਉਹਦਾ ਆਸਰਾ ਲਈਏ। ਕਾਦਰ ਦੀ ਸ਼ਕਤੀ ਕੁਦਰਤ ਹੈ।
ਉਹ ਫਿਰ ਪੱਖ ਵਿੱਚ ਹੋ ਜਾਏ, ਇਹ ਸਮੇਂ ਦਾ ਨਾਲ ਅਨੁਕੂਲੀ ਪਾਉਣ ਚੱਲਦੀ ਹੈ। ਇਨਸਾਨ ਨੂੰ ਪਰਮੇਸ਼ਰੀ ਸਹਾਇਤਾ ਮਿਲਦੀ ਹੈ। ਜਦੋਂ ਅਸੀਂ ਕਾਦਰ ਤੋਂ ਮੁਨਕਰ ਹੁੰਦੇ ਹਾਂ, ਉਹ ਕੁਦਰਤ ਵੀ ਜਿਹੜੀ ਹੈ ਉਹ ਫਿਰ ਇਹਦੇ ਅਨੁਕੂਲ ਕਿਰਿਆ ਨਹੀਂ ਕਰਦੀ। ਬਿਮਾਰੀਆਂ ਆ ਜਾਣੀਆਂ, ਛਾਤੀ ਤਾਂ ਵੱਜਦੀਆਂ, ਟਿੱਡੀ ਦਲ, ਫਸਲ ਨੂੰ ਖੁੰਗੀ ਪੈ ਜਾਣੀ, ਚਾਂਦਨੀ ਦਾ ਮਰ ਜਾਣਾ, ਹੜ੍ਹਾਂ ਦਾ, ਅੱਗ ਦਾ, ਬਿਜਲੀ ਦਾ ਪ੍ਰਕੋਪ, ਸੋਕਾ ਪੈ ਜਾਣਾ, ਚੂਹਿਆਂ ਦਾ ਬਹੁਤ ਵੱਧ ਜਾਣਾ। ਇਸ ਤਰ੍ਹਾਂ ਬਹੁਤ ਸਾਰੇ ਨੁਕਸਾਨ ਫਿਰ ਉਹ ਹੁੰਦੇ ਆ। ਤੇ ਕੁਦਰਤ ਪਕਸ਼ ਵਿੱਚ ਰਹੇ, ਕਾਦਰ ਦੇ ਹੁਕਮ ਵਿੱਚ ਫਿਰ ਬੜੀ ਸਹਾਇਤਾ ਮਿਲਦੀ ਹੈ। ਸੋ ਇਸ ਵਾਸਤੇ ਜਿਹੜਾ ਰਾਜਾ ਰੇਜ ਧਾਤੂ ਤੋਂ ਬਣਿਆ, ਦੂਸਰੇ ਦਾ ਰੰਜਨ ਕਰਨਾ, ਪ੍ਰਸੰਨਤਾ ਦੇਣਾ, ਪਰਜਾ ਦੀ ਵਾੜ ਬਣ ਕੇ ਰੱਖਿਆ ਸਹਾਇਤਾ ਕਰਨੀ। ਜਦੋਂ ਸੱਤਾ ਦੀ ਲੋੜ ਹੁੰਦੀ ਹੈ, ਉਦੋਂ ਤਾਂ ਭਿਖਾਰੀ ਬਣ ਕੇ ਪਰਜਾ ਦੇ ਅੱਗੇ ਝੋਲੀਆਂ ਹੱਥ ਅੱਡਦੇ ਆ। ਜਿਹੜੇ ਸੱਤਾ ਮਿਲ ਜਾਂਦੀ ਹੈ, ਇਹ ਸਾਰਾ ਹੀ ਭੁੱਲ ਭੁਲਾ ਜਾਂਦਾ। ਜੋ ਲੋਕਤੰਤਰ ਵਾਲੀ ਰੀਤੀ ਨਹੀਂ ਰਹਿੰਦੀ, ਇਹ ਤਾਂ ਉਹ ਡਿਕਟੇਟਰਸ਼ਿਪ ਵਾਲੀ ਗੱਲ ਜਿਹੜੀ ਹੈ, ਤਾਨਾਸ਼ਾਹੀ, ਉਹ ਚੱਲ ਪੈਂਦੀ ਹੈ। ਜ਼ੋਰ, ਜ਼ੁਲਮ, ਤਕੱਬਰੀ ਇਹ ਵੱਧ ਜਾਂਦੀ ਹੈ। ਅਤੇ ਜੇ ਉਹ ਪਰਜਾ ਦਾ ਸੇਵਾਦਾਰ ਬਣ ਕੇ ਤੁਰੇ, ਫਿਰ ਨਿਰੰਕਾਰੀ ਬਖਸ਼ਿਸ਼ ਵੀ ਮਿਲਦੀ ਹੈ। ਅਤੇ ਜੇ ਫਿਰ ਧਿੰਗੋ ਜ਼ੋਰੀ, ਧੱਕਾ ਜ਼ੋਰੀ ਕਰੇ, ਤਾਂ ਪਰਜਾ ਦਾ ਮਾਲਕ ਅਤੇ ਪਰਮੇਸ਼ਰ ਹੀ ਹਨ। ਉਹ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਸਹਾਇਤਾ ਵੀ ਕਰਦਾ ਹੈ। ਕਈ ਵਾਰੀ ਐਸਾ ਹੁੰਦਾ, ਉਹ ਪਰਜਾ ਰੂਪੀ ਖੇਤੀ ਦੀ ਰੱਖਿਆ ਵਾਸਤੇ ਸਰਗੁਣ ਸਰੂਪ ਧਾਰ ਕੇ ਵੀ ਆਉਂਦੇ। ਇਹ ਪਿਛਲੇ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ ਇਤਿਹਾਸ ਦੇ ਵਿੱਚ ਐਸੇ ਪ੍ਰਸੰਗ ਕਾਫੀ ਹਨ। ਇਤਿਹਾਸ ਸੁਣਨ ਤੋਂ ਸਾਰੀ ਉਹ ਵਾਕਫੀਅਤ ਜਿਹੜੀ ਹੈ ਉਹ ਮਿਲਦੀ ਹੈ। ਸੋ ਇਸ ਵਾਸਤੇ ਰਾਜ ਕੈਸਾ ਚਾਹੀਏ, ਰਾਜ ਵਾਸਤੇ ਮਾਰਨ ਪਿਆ ਸਭ ਸਖਾਲੀ ਬੁਠੀਆ, ਇਹ ਹੋਆ ਹਲੇਮੀ ਰਾਜ ਜੀਓ। ਜਿਹਦੇ ਸਾਰੇ ਸੁੱਖ ਨਾ ਬਸਣ, ਹਲੇਮੀ, ਨਿਮਰਤਾ, ਧਰਮ, ਧੀਰਜ, ਵਿਵੇਕ, ਸਾਰਿਆਂ ਨੂੰ ਸੁੱਖ ਸ਼ਾਂਤੀ ਦੇਣ ਵਾਲਾ ਉਹ ਰਾਜ ਹੈ। ਜਿੱਥੇ ਪਰਜਾ ਦੇ ਹਿੱਤਾਂ ਨੂੰ ਕੁਚਲਿਆ ਜਾਏ ਜਾਂ ਮਨੁੱਖਾਂ ਨੂੰ ਕੁਚਲਿਆ ਜਾਏ, ਉਹ ਜ਼ੋਰ ਜ਼ੁਲਮ ਦਾ ਜਿਹੜਾ ਰਾਜ, ਉਹ ਦਰਗਾਹ ਦੇ ਵਿੱਚ ਮਾਲਕ ਨੂੰ ਪ੍ਰਵਾਨ ਨਹੀਂ ਹੁੰਦਾ। ਕਈ ਵਾਰੀ ਫਿਰ ਉਹ ਸਰਗੁਣ ਸਰੂਪ ਧਾਰ ਕੇ ਆਪ ਵੀ ਜੰਗ ਯੁੱਧ ਕਰਦੇ ਆ। ਦੁਸ਼ਟ ਚੌਕੜੀ ਦਾ ਸੁਫਾਇਆ ਕਰਨ ਵਾਸਤੇ
ਸੋ ਇਸ ਵਾਸਤੇ ਇਹ ਸਮੇਂ ਦੇ ਵਿੱਚ ਜਿਵੇਂ ਰੁੱਤਾਂ ਆਉਂਦੀਆਂ ਨਾ, ਦੁੱਖ ਸੁੱਖ, ਹਰਖ ਸ਼ੋਕ, ਮਾਨ ਅਪਮਾਨ, ਜ਼ੋਰ ਜ਼ੁਲਮ, ਇਹ ਵੀ ਚੱਲਦੇ ਦੇਖੀਦੇ ਆ। ਹੁਣ ਆਪਣੀ ਆਰਵਲਾ ਉਮਰ ਦੇ ਵਿੱਚ ਪਾਕਿਸਤਾਨ ਬਣਿਆ, ਕੀ ਕੁਝ ਹੋਇਆ, ਫਿਰ ਕਈ ਵਾਰੀ ਮੋਰਚੇ ਲੱਗੇ, ਉਹਨਾਂ 'ਚ ਅੱਖਾਂ ਨਾਲ ਬਹੁਤ ਕੁਝ ਹੁਣ ਤੱਕ ਦੇਖਿਆ ਹੈ। ਔਰ ਆਪਣੇ ਆਪ 'ਤੇ ਜਾਂ ਪ੍ਰਜਾ ਨੇ ਬੜੇ ਸੰਤਾਪ ਵੀ ਹੰਢਾ ਰਹੀ ਹੈ। ਇਹ ਵੀ ਰੁੱਤਾਂ ਆ ਰਹੀਆਂ, ਸਰੀਰ ਦੇ ਉੱਤੇ ਵੀ ਆਉਂਦੀ ਨਾ, ਸ਼ਿਸ਼ੂ ਅਵਸਥਾ, ਬਾਲਕ ਆਉਂਦੀ ਹੈ, ਯੋਵਨ, ਅਧਖੜ, ਬੁਢਾਪਾ, ਮੌਤ ਆਉਂਦੀ ਹੈ, ਬਾਲ ਜਵਾਨੀ, ਬਿਰਧ, ਇਹ ਅਵਸਥਾ ਆਉਂਦੀਆਂ। ਇਹ ਪ੍ਰਭਾਵ ਚੱਲਦੇ ਰਹਿੰਦੇ ਆ। ਸੋ ਇਸ ਵਾਸਤੇ ਜੇ ਧਰਮ ਦਾ ਰਾਜ ਹੋਵੇ, ਪ੍ਰਜਾ ਵਿੱਚ ਸੁੱਖ ਸ਼ਾਂਤੀ, ਧਰਮ ਵੀ ਵਿਕਸਿਤ ਹੁੰਦਾ ਹੈ। ਜੇ ਜ਼ੋਰ ਜ਼ਬਰ ਹੋਵੇ, ਇਹ ਬੜੇ ਬਲੀਦਾਨ ਦੇ ਕੇ ਧਰਮ ਸਥਾਨਾਂ ਦੀ ਮਰਜ਼ਾਦਾ ਕਾਇਮ ਰਹਿੰਦੀ ਹੈ। ਪੁਰਾਣੇ ਵੀ ਦੇਖੋ ਨਾ, ਬੇਸਵਾਮਿੱਤਰ ਜਗ ਕਰਦਾ ਸੀ, ਉਹ ਰਾਖਸ਼ਨ ਆ ਕੇ ਹੱਡ ਸੁੱਟ ਜਾਣੇ। ਫਿਰ ਉਹ ਮਹਾਰਾਜ ਦਸ਼ਰਥ ਕੋ ਆਏ, ਆਓ ਰਿਸ਼ੀ ਜੀ ਕਿਵੇਂ ਆਏ? ਕਹਿੰਦੇ ਬਚਨ ਦਿਓ, ਫਿਰ ਦੱਸਾਂਗਾ। ਕਹਿੰਦੇ ਜੀ ਬਚਨ ਦਿੱਤਾ। ਕਹਿਣ ਲੱਗੇ ਰਾਮ ਚੰਦਰ ਜੀ ਅਤੇ ਲਛਮਣ ਜੀ ਨੂੰ ਦੇ ਦਿਓ, ਸਹਾਇਤਾ ਲਈ ਇਸ ਤਰ੍ਹਾਂ ਵਿਘਨ ਪੈ ਰਿਹਾ। ਉਹ ਕਹਿੰਦੇ ਇਹਦਾ ਹਾਲੇ ਬਾਲ ਸਰੂਪ ਹੈ, ਮੈਨੂੰ ਹੁਕਮ ਕਰੋ। ਕਹਿੰਦੇ ਨਹੀਂ, ਇਹ ਕੰਮ ਇਹਨਾਂ ਦੇ ਕਰਨੇ ਦਾ ਹੀ ਹੈ, ਤੁਹਾਤੋਂ ਨਹੀਂ ਹੋਣਾ। ਉਹ ਹੁਣ ਬਚਨ ਦੇ ਚੁੱਕੇ ਸੀ। ਜੇ ਮਾਂ ਪਿਓ ਨੂੰ ਮੋਹ ਵੀ ਹੁੰਦਾ ਕਿ ਉਮਰ ਛੋਟੀ ਹੈ, ਕੀ ਕਰਨਗੇ, ਪਰ ਉਹਨਾਂ ਨੂੰ ਪਤਾ ਨਾ ਸੀ ਇਹ ਤਾਂ ਈਸ਼ਵਰ ਦਾ, ਵਿਸ਼ਨੂੰ ਜੀ ਦਾ ਅਵਤਾਰ ਆ। ਫਿਰ ਉਹ ਲੈ ਕੇ ਗਏ, ਉਹਨਾਂ ਦਾ ਜਿਹੜਾ ਯੱਗ ਸੀ ਉਹ ਸੰਪੂਰਨ ਕਰਾਇਆ। ਇਸ ਤਰ੍ਹਾਂ ਜਿਹੜੇ ਧਰਮ ਸਥਾਨ, ਇਹਨਾਂ ਦੀ ਮਰਜ਼ਾਦਾ ਕਾਇਮ ਰੱਖਣ ਵਾਸਤੇ ਸੇਵਾਦਾਰਾਂ ਨੂੰ, ਪ੍ਰਬੰਧਕਾਂ ਨੂੰ ਵੀ ਬੜਾ ਸਾਵਧਾਨ ਹੋਣਾ ਚਾਹੀਏ। ਜਿੱਥੇ ਕੋਈ ਢਿੱਲ ਮੱਠ ਆਉਂਦੀ ਹੈ, ਉਹ ਖਬਰ ਆਪ ਜੀ ਰੋਜ਼ ਪੜ੍ਹਦੇ ਸੁਣਦੇ ਹੀ ਰਹਿੰਦੇ ਹਾਂ, ਫਲਾਣੇ ਥਾਂ ਇਹ ਹੋਇਆ, ਮਹਾਰਾਜ ਅਗਨ ਭੇਟ ਹੋਏ, ਪੱਖਾ ਛੱਡ ਛੜਿਆ, ਮੁੜ ਕੇ ਦੇਖਿਆ ਨਹੀਂ, ਜੋ ਤਾਰਾਂ ਸੜ ਗਈਆਂ ਗਾਂ, ਅੱਗ ਵਗੈਰਾ, ਕਿਉਂਕਿ ਬਿਜਲੀ ਵੀ ਆ ਗਿਆ, ਐਸਾ ਵੀ ਹੈ। ਕਈ ਜਗ੍ਹਾ ਉਹ ਦੁਸ਼ਟ ਚੌਕੜੀ, ਉਹ ਦਾਬ ਜਾ ਕੇ ਉਹ ਵੀ ਆਪਣਾ ਕੋਈ ਨਾ ਕੋਈ ਐਸਾ ਉਪਦਰਵ ਕਰ ਜਾਂਦੇ ਆ। ਅਤੇ ਜੇ ਪਹਿਰੇਦਾਰ ਸਾਵਧਾਨ ਹੋਵੇ ਫਿਰ ਤਾਂ ਠੀਕ ਆ, ਅਤੇ ਜੇ ਪਹਿਰੇਦਾਰ ਢਿੱਲਾ ਮੱਠਾ ਹੋਵੇ, ਧੀ ਭੈਣ ਦੀ ਇੱਜ਼ਤ ਵੀ ਰੁਲ ਜਾਂਦੀ ਹੈ, ਜਾਨ ਮਾਲ ਵਾਸਤੇ ਵੀ ਖਤਰਾ ਹੁੰਦਾ ਹੈ। ਧਰਮ ਸਥਾਨਾਂ ਦੇ ਉੱਤੇ ਵੀ ਐਸੀਆਂ ਘਟਨਾਵਾਂ ਘਟ ਜਾਂਦੀਆਂ ਹਨ, ਕਿਉਂਕਿ ਧਿਆਨ ਸਾਧਨਾ ਦੀ ਹਰ ਪਾਸੇ ਲੋੜ ਹੈ। ਜੇ ਸਰੀਰ ਦਾ ਧਿਆਨ ਨਹੀਂ ਰੱਖਦੇ, ਖਾਣਾ ਪੀਣਾ ਸਹੀ ਨਹੀਂ, ਇਹ ਵੀ ਬਿਮਾਰ ਹੋ ਜਾਂਦਾ, ਰੋਗੀ ਹੋ ਕੇ ਇਹ ਸਰੀਰੇ ਵਿਘਨਕਾਰੀ ਬਣ ਜਾਂਦਾ। ਬੱਚੇ ਬੱਚਿਆਂ ਦਾ ਧਿਆਨ ਰੱਖੋ, ਉਹ ਵੀ ਵਿਗੜ ਜਾਂਦੇ ਆ, ਮਾਂ ਪਿਓ ਵਾਸਤੇ ਕਲੇਸ਼ ਦਾ ਕਾਰਨ।
ਬਣ ਜਾਂਦੇ ਆ, ਸਮਾਜ ਵਾਸਤੇ ਵੀ, ਹਰ ਪਾਸੇ। ਕਾਰੋਬਾਰ ਦਾ ਧਿਆਨ ਨਾ ਰੱਖੋ, ਉਹ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ। ਔਰ ਸੜਕਾਂ ਰੋਡਾਂ 'ਤੇ ਚੱਲਦੇ ਆ, ਉੱਥੇ ਵੀ ਧਿਆਨ ਨਾ ਰੱਖੋ, ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰੋ, ਬੜੇ ਬੜੇ ਐਕਸੀਡੈਂਟ, ਨੁਕਸਾਨ ਹੁੰਦੇ ਆ। ਇਸੇ ਤਰ੍ਹਾਂ ਦੇਸ਼ ਕੌਮ ਵਿੱਚ ਬੇਧਿਆਨੀ ਹੋ ਜਾਏ, ਅੰਦਰੋਂ ਬਾਹਰੋਂ ਲੁੱਟ ਖਸੁੱਟ ਦਾ ਵਾਤਾਵਰਨ, ਬਾਹਰ ਦੇ ਹਮਲੇ ਹੁੰਦੇ ਆ, ਧੀਆਂ ਭੈਣਾਂ, ਨਿਸ਼ਾਨਾਂ ਧਾਮਾਂ ਦੀ ਇੱਜ਼ਤ ਰੁਲ ਜਾਂਦੀ ਹੈ, ਧਰਮ ਸ਼ਾਸਤਰਾਂ ਦਾ ਵੀ ਅਪਮਾਨ ਹੁੰਦਾ ਹੈ, ਧਰਮ ਸਥਾਨਾਂ ਦਾ ਵੀ ਅਪਮਾਨ ਹੁੰਦਾ ਹੈ। ਇਹ ਬੇਧਿਆਨੀ ਦੇ ਸਾਰੇ ਫਲ ਹਨ। ਧਿਆਨ ਮਾਨਸਿਕ ਵਾਸਤੇ ਵੀ ਧਿਆਨ ਸਾਧਨਾ ਹੈ। ਇਹ ਕਾਮ ਕ੍ਰੋਧ ਰੂਪੀ ਜਿਹੜੇ ਵਿਕਾਰ ਆ, ਇਹ ਵੀ ਜੀਵਨ ਨੂੰ ਬਰਬਾਦ ਕਰ ਦਿੰਦੇ ਆ। ਇੱਧਰ ਵੀ ਧਿਆਨ ਸਾਧਨਾ ਕਰਨੀ ਪੈਂਦੀ, ਨਾਮ ਬਾਣੀ ਦਾ ਅਭਿਆਸ, ਪਥ ਕਪਥ। ਔਰ ਇਹ ਧਿਆਨ ਸਾਧਨਾ ਹਰ ਪਾਸੇ ਹੀ ਲੋੜੀਂਦੀ ਹੈ। ਬੇਧਿਆਨੀ ਦੇ ਵਿੱਚ ਜ਼ਿੰਦਗੀ ਦਾ ਸਫ਼ਰ ਬੜਾ ਦੁਖਦਾਈ ਬਣ ਜਾਂਦਾ। ਇਸੇ ਵਾਸਤੇ ਰਾਜੇ ਲੋਕ ਹੈਂਕੜ ਵਿੱਚ ਆ ਕੇ ਪ੍ਰਜਾ ਦਾ ਧਿਆਨ ਨਹੀਂ ਕਰਦੇ, ਬਗਾਵਤਾਂ ਸ਼ੁਰੂ ਹੋ ਜਾਂਦੀਆਂ, ਔਰ ਸਹੀ ਢੰਗ ਦਾ ਨਹੀਂ ਸੰਚਾਲਨ, ਬਾਹਰੋਂ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਆ, ਤਬਾਹੀ ਹੋ ਜਾਂਦੀ, ਗੁਲਾਮੀ ਦੇ ਤੌਕ ਗਲ ਵਿੱਚ ਪੈ ਜਾਂਦੇ ਆ। ਸਾਹਾਂ ਸੁਰਤ ਗਵਾਈਆ, ਰੰਗ ਤਮਾਸ਼ਾ ਚਾਏ। ਰੰਗ ਤਮਾਸ਼ਿਆਂ ਦੇ ਚਾਅ ਵਿੱਚ ਲੱਗ ਕੇ ਰਾਜੇ ਲੋਕ ਪ੍ਰਜਾ ਦੀ ਪਾਲਣਾ ਰੂਪੀ ਸੁਰਤ ਗਵਾ ਦਿੰਦੇ ਆ। ਉਹਨਾਂ ਦੀ ਬੇਧਿਆਨੀ ਵੀ ਬੜਾ ਭਾਰੀ ਨੁਕਸਾਨ ਕਰਦੀ ਹੈ। ਇਸ ਵਾਸਤੇ ਇਹ ਧਿਆਨ ਦਾ ਵਿਸ਼ਾ ਬੜਾ ਲੰਬਾ ਗੰਭੀਰ, ਹਰ ਪਾਸੇ ਧਿਆਨ ਸਾਧਨਾ ਦੀ ਲੋੜ ਹੈ। ਇਸ ਵਾਸਤੇ ਇੱਧਰ ਮਾਨਸਿਕ ਮੰਡਲ ਨੂੰ ਉੱਚਾ ਸੁੱਚਾ ਰੱਖਣ ਵਾਸਤੇ ਵੀ ਧਿਆਨ ਸਾਧਨਾ ਹੈ। ਤੜਕੇ ਉੱਠਣਾ, ਕਿਰਿਆ ਕਰਮ, ਇਸ਼ਨਾਨ ਪਾਣੀ ਕਰਨਾ, ਆਸਣ 'ਤੇ ਬੈਠ ਕੇ ਨਾਮ ਬਾਣੀ ਦਾ ਅਭਿਆਸ, ਸਤਸੰਗਤ ਕਰਨੀ, ਕਥਾ ਕੀਰਤਨ ਸੁਣਨਾ, ਔਰ ਮਨ ਦੇ ਜਿਹੜੇ ਔਗਣ ਵਿਕਾਰ ਤਿਆਗਣੇ, ਸ਼ੁਭ ਗੁਣਾਂ ਦਾ ਗ੍ਰਹਿਣ ਕਰਨਾ, ਅੰਮ੍ਰਿਤ ਛਕਣਾ, ਕਰੈਤਾਂ ਛੱਡਣੀਆਂ, ਰਹਿਤਾਂ 'ਚ ਪ੍ਰਪੱਕ ਹੋਣਾ। ਕਰੈਤ ਬੇਧਿਆਨੀ 'ਚ ਹੁੰਦੀ ਹੈ, ਰਹਿਤ ਧਿਆਨ ਵਿੱਚ ਹੈ। ਜਦੋਂ ਬੇਧਿਆਨੀ ਹੋਈ ਕਰੈਤ ਕਰੇਗਾ, ਪਤਤ ਹੋਏਗਾ, ਤਨਖਾਹੀਆ ਹੋਏਗਾ। ਇਸ ਵਾਸਤੇ ਜੇ ਤਾਂ ਗੁਰੂ ਘਰ ਪ੍ਰਾਸ਼ਚਿਤ ਕਰੀਏ ਠੀਕ, ਜੇ ਵਾਰ-ਵਾਰ ਕਰੀਏ ਉਹ ਵੀ ਵਜਰ ਕਰੈਤ ਹੋ ਜਾਂਦੀ। ਸੋ ਇਸ ਵਾਸਤੇ ਇਹ ਧਿਆਨ ਜਿਹੜਾ ਹਰ ਪੱਖ ਵਿੱਚ ਹੀ ਬੜਾ ਜ਼ਰੂਰੀ ਔਰ ਲੋੜੀਂਦਾ ਹੈ। ਸੋ ਅੱਜ ਦੇਖਿਆ ਜਾਏ ਬਹੁਤ ਘੱਟ ਲੋਕ ਆ ਜਿਹੜੇ ਆਪਣਾ ਪਰਿਵਾਰ ਦਾ, ਬੱਚੇ ਬੱਚੀਆਂ ਦਾ ਧਿਆਨ ਕਰਦੇ ਆ। ਉਹ ਬੱਚੇ ਬੱਚੀਆਂ ਵੀ ਪਰਿਵਾਰੇ ਹੋ ਗਏ। ਅੱਗੇ ਤਾਂ ਹਾਲਾਤ ਕਾਫੀ 14, 15, 5-7 ਹੁੰਦੇ ਸੀ। ਹੁਣ ਤਾਂ ਨਿਆਣਾ ਵੀ ਇੱਕ ਆ, ਉਹ ਵੀ ਕਹਿੰਦੇ ਕਹਿਣਾ ਨਹੀਂ ਮੰਨਦਾ। ਇਹ ਸਾਡੀ ਬੇਧਿਆਨੀ ਦੇ ਫਲ ਆ ਨਾ। ਜਦੋਂ ਆਪ ਸ਼ਰਾਬਾਂ ਨਸ਼ੇ ਪੱਤੇ ਕਰਨੇ ਆ, ਫਿਰ ਨਿਆਣਿਆਂ ਦਾ ਫਿਕਰ ਕਿਹਨੂੰ। ਜਦੋਂ ਬੇਧਿਆਨੀ ਰੱਖਾਂਗੇ, ਦੀਵਾ ਚਿਮਨੀ 'ਚ ਬਲਦਾ, ਖੇਤੀ ਬਾੜ ਨਹੀਂ ਬਚਦੀ ਆ। ਇਸ ਵਾਸਤੇ ਗੁਰੂ ਕੀ ਮਰਜ਼ਾਦਾ ਇੱਕ ਐਸੀ ਬਾੜ ਹੈ ਜੋ ਇਨਸਾਨ ਨੂੰ ਬੁਰਾਈ ਤੋਂ ਬਚਾਉਂਦੀ ਹੈ। ਅੱਜ ਨਗੁਰਿਆਂ ਦਾ ਸੰਸਾਰ ਬਹੁਤ ਘੁੰਮ ਰਿਹਾ,
ਇਸ ਕਰਕੇ ਐਸਾ ਕਈਆਂ ਨੇ ਸ਼ਰ੍ਹਾ 'ਤੇ ਕਰ ਲਈ ਹੈ, ਪਰ ਜਿਹੜੇ ਗੁਰੂ ਦੇ ਅੰਤਰੀ ਵੀ ਅਸੂਲ ਉਹਨਾਂ 'ਚ ਕਮਜ਼ੋਰੀ ਹੋਣ ਦੇ ਕਾਰਨ ਉੱਥੇ ਵੀ ਨੁਕਸਾਨ ਹੋ ਜਾਂਦਾ। ਸੋ ਇਸ ਵਾਸਤੇ ਸਮੇਂ ਨੂੰ ਸੁਚੱਜਾ ਬਣਾਉਣ ਵਾਸਤੇ ਇਹ ਜਿਹੜੀ ਧਿਆਨ ਸਾਧਨਾ ਇਹ ਬੜੀ ਜ਼ਰੂਰੀ। ਇਹ ਨਹੀਂ ਵੀ ਜੋਗੀ ਲੋਕ ਜਿਹੜੇ ਉਹਨਾਂ ਵਾਸਤੇ ਧਿਆਨ ਸਾਧਨਾ, ਗ੍ਰਸਤੀਆਂ ਵਾਸਤੇ ਵੀ ਹੈ, ਸਭ ਵਾਸਤੇ ਹੀ ਹੈ, ਰਾਜਿਆਂ ਵਾਸਤੇ ਵੀ ਹੈ, ਪ੍ਰਜਾ ਵਾਸਤੇ ਵੀ ਹੈ, ਗਰੀਬ ਵਾਸਤੇ, ਅਮੀਰ ਵਾਸਤੇ, ਬੁੱਧੀਜੀਵੀ ਵਾਸਤੇ, ਔਰ ਇਸ ਤਰ੍ਹਾਂ ਅਨਪੜ੍ਹ ਵਾਸਤੇ ਤਾਂ ਸਾਰਿਆਂ ਲਈ ਹੈ। ਕਈ ਪੜ੍ਹੇ ਲਿਖੇ ਬਹੁਤ ਆ, ਧਿਆਨ ਵਿੱਚ ਕਮਜ਼ੋਰੀ, ਉਹਨਾਂ ਦੇ ਆਪਣੇ ਜੀਵਨ, ਪਰਿਵਾਰਾਂ ਦੇ ਜੀਵਨ ਵੀ ਬੜੇ ਗਲਤ ਬਣੇ ਹੋਏ ਦੇਖੇ ਆ। ਪੜ੍ਹੇ ਲਿਖੇ ਵੀ ਹੈ, ਨਸ਼ੇ ਪੱਤੇ ਵੀ ਬਹੁਤ ਕਰਦੇ ਆ। ਇਹ ਨਹੀਂ ਕਿ ਅਨਪੜ੍ਹ ਹੀ ਹੈ, ਕਿਉਂਕਿ ਧਿਆਨ ਦੀ ਕਮਜ਼ੋਰੀ ਹੈ। ਧਿਆਨ ਧਾਰਨਾ ਜਿਹੜਾ ਇਸ ਢੰਗ ਦਾ ਗਿਆਨ ਵਿਵੇਕ ਸਹਿਤ, ਵੈਰਾਗ ਸਹਿਤ, ਉਹ ਤਾਂ ਕਾਮਯਾਬ ਆ। ਅਤੇ ਜਿਹੜਾ ਨਿਰਾ ਕਿਤਾਬੀ ਗਿਆਨ ਕਰ ਲਿਆ, ਧਿਆਨ ਸਾਧਨਾ ਕੀਤੀ ਨਹੀਂ, ਵਿਕਾਰਾਂ ਦਾ ਤਿਆਗ ਨਹੀਂ ਕੀਤਾ, ਉਹ ਗਿਆਨ ਵੀ ਅਧੂਰਾ ਹੈ, ਸੰਪੂਰਨ ਨਹੀਂ। ਉਹ ਬੜੇ ਬੜੇ ਗਿਆਨੀ ਵੀ ਮਾਰ ਖਾ ਜਾਂਦੇ ਨੇ। ਇਸ ਵਾਸਤੇ ਨਾਲ ਨਾਲ ਜੀਵਨ ਦੀ ਪਰਿਪੱਕਤਾ ਵਾਸਤੇ ਇਹਨਾਂ ਚੀਜ਼ਾਂ ਦੀ ਵੀ ਲੋੜ ਹੈ। ਇਸ ਵਾਸਤੇ ਸਾਧਨ ਗ੍ਰੰਥਕਾਰਾਂ ਨੇ, ਮਹਾਂਪੁਰਖਾਂ ਨੇ ਲਿਖੇ ਹੈ, ਦੱਸੇ ਹੈ, ਕਮਾਏ ਹੈ। ਕਮਾਉਣ ਦੇ ਢੰਗ ਰੰਗ ਵੀ ਧਰਮ ਸ਼ਾਸਤਰਾਂ ਵਿੱਚ, ਬਾਣੀ ਵਿੱਚ ਦੱਸੇ ਦਸਾਏ ਹੈ ਕਿ ਆਪਣੇ ਪ੍ਰਾਣਾਂ 'ਤੇ ਕਾਬੂ ਪਾਉਣਾ, ਮਨ 'ਤੇ ਕਾਬੂ ਪਾਉਣਾ, ਇੰਦਰੀਆਂ 'ਤੇ ਕਾਬੂ ਪਾਉਣਾ, ਔਰ ਇਸੇ ਤਰ੍ਹਾਂ ਸੱਤ ਸ਼ਾਸਤਰ ਬਾਣੀ ਦਾ ਪਠਨ ਪਾਠਨ, ਅਧਿਐਨ ਕਰਨਾ, ਵਿਚਾਰ, ਔਰ ਇਸੇ ਤਰ੍ਹਾਂ ਵਾਸ਼ਨਾ ਦਾ ਤਿਆਗ। ਵਾਸ਼ਨਾ ਸੁਤਵਿਤ ਲੋਕ ਈਸ਼ਣਾ ਤੀਨੀ, ਪੁੱਤ ਦੀ ਵਾਸ਼ਨਾ ਜਿਨ੍ਹਾਂ ਦੇ ਨਹੀਂ ਹੁੰਦਾ ਨਾ, ਉਹ ਸਿਵਿਆਂ ਦੀ ਰਾਖ ਵੀ ਬੋਲਦੀ ਰਹਿੰਦੀ, ਮੈਨੂੰ ਪੁੱਤ ਨਹੀਂ ਮਿਲਿਆ। ਇਹ ਵਾਸ਼ਨਾ ਹੀ ਬੜੀ ਕਰੜੀ ਹੈ। ਬਿੱਥ ਧਨ ਦੀ ਵਾਸ਼ਨਾ, ਇਸ ਵਾਸ਼ਨਾ ਵਿੱਚ ਬੰਦਾ ਕਿਹੜੇ ਕਿਹੜੇ ਉਪੱਦਰ ਨਹੀਂ ਕਰਦਾ, ਕਿਹੜੇ ਕਿਹੜੇ ਨਿਖਿੱਧ ਤੋਂ ਧੰਦੇ ਨਹੀਂ ਕਰਦਾ ਮਾਇਆ ਵਾਸਤੇ, ਦੇਸਾਂ ਪ੍ਰਦੇਸਾਂ 'ਚ ਧੱਕੇ ਨਹੀਂ ਖਾਂਦਾ ਮਾਇਆ ਲਈ। ਕੀ ਕੁਛ ਕਰਦੇ ਆ, ਚੋਰੀਆਂ ਜਾਰੀਆਂ, ਬਦਮਾਸ਼ੀਆਂ, ਨਸ਼ੇ ਪੱਤੇ ਵੇਚਣੇ ਮਾਇਆ ਵਾਸਤੇ ਹੀ ਹੈ। ਅਗਲੇ ਦਾ ਜੀਵਨ ਕਰਕੇ ਚਾਹੇ ਬਚੇ, ਸਾਨੂੰ ਮਾਇਆ ਚਾਹੀਦੀ। ਮਾਇਆ ਵਾਸਤੇ ਬੜੇ ਬੜੇ ਉਪੱਦਰ, ਜ਼ੋਰ ਜ਼ੁਲਮ ਵੀ ਕਰਦੇ, ਢਿੰਗੋ ਜ਼ੋਰੀ ਵੀ ਕਰਦੇ ਆ ਰਾਜਨੀਤਿਕ ਲੋਕ ਮਾਇਆ ਵਾਸਤੇ। ਲੋਕ ਈਛਣਾ, ਲੋਕਾਂ ਵਿੱਚ ਚੰਗਾ ਕਹਾਉਣ ਦੀ ਇੱਛਾ, ਇਹਦੇ ਵਾਸਤੇ ਆ ਵਿਆਹ ਸ਼ਾਦੀਆਂ ਥੋੜ੍ਹਾ ਖਰਚਾ ਕਰਦੇ ਆ। ਕਿੰਨੇ ਜਾਨਵਰ ਜਵਾ ਹੁੰਦੇ ਆ। ਨਸ਼ੇ ਪੱਤੇ, ਤੇਰਾ ਗਾਉਣ ਵਜਾਉਣ ਵਾਲੀਆਂ ਲੱਖਾਂ ਰੁਪਏ ਦਿੰਦੇ ਆ। ਫਿਰ ਆ ਦਾਜ ਦਹੇਜ, ਸੋਨਾ ਚਾਂਦੀ, ਜੇਵਰ ਤੇਵਰ, ਇਹ ਹੈ ਲੋਕ ਵਾਸ਼ਨਾ। ਲੋਕ ਕਹਿਣ ਵੀ ਬਹੁਤ ਵਧੀਆ ਵਿਆਹ ਹੋਇਆ ਸੀ, ਨੱਕ ਰੱਖਣ ਵਾਸਤੇ ਇਹ ਲੋਕ ਵਾਸ਼ਨਾ। ਆਪਣੀ ਵਡਿਆਈ, ਮਾਣ ਪ੍ਰਭਤਾ ਵਾਸਤੇ ਬੜੇ ਬੜੇ ਝੰਡੀਆਂ ਲਾਉਂਦੇ ਆ, ਗੇਟ ਬਣਾਉਂਦੇ ਆ, ਬਹੁਤ ਠਾਠਾ ਵਾਗਾ ਕਰਦੇ ਆ। ਇੱਕ ਵਾਰੀ ਇੱਧਰ ਅਸੀਂ ਗਏ ਮਲੋਟ ਵੱਲੋਂ, ਉਹ ਸੈਂਕੜੇ ਮੀਲਾਂ 'ਤੇ ਸੜਕ 'ਤੇ ਝੰਡੀਆਂ ਬੰਨੀਆਂ ਹੋਈਆਂ, ਝਾੜੂ ਫੇਰਦੇ ਹੋਣ। ਪੁੱਛਿਆ ਵੀ ਕਿ ਫਲਾਨੇ ਆ ਜਾ ਰਹੇ ਆ,
इस वास्ते लोग चंगा नाम रखाए कै जस कीर्त जग ले, जे तिस नज़र ना आवी तां बात ना पुछै के। इंसान अपनी प्रभुता वड्याई वास्ते किन्ने ठाठे भागे जल जलाओ करदा कराउंदा है। सिर्फ अपनी होमे नूं पठे पाउण वास्ते माया बहुत खर्चदा, बहुत तरह के मालक भागो यही कुछ करता सी। ते लालू को तो यह जिहा है ना, पर धन गुरु नानक साहब की नवाजिश लालू नूं मिली, मालक भागो नूं नहीं मिली। जिन्हें हुण जिद किया मेरे ब्रह्म भोज ते महाराज कहते रहन दे ढकी रहूगी, नहीं हटिया लगा धक्का करन, नहीं मेरे सिपाही पकड़ के लियाउणगे। ते जिले फिर वो पूड़ियाँ गोदरे का अन्न निचोड़िया, खून दुध खाया, ये धरती बेल ना देवे, ये ब्रह्म भोज है। लोगों का खून इकट्ठा किया होया, लुट खसुट की माया है। इहो जिहा साल विच भंडारा करके अपने औगणा नूं छुपाउण वास्ते तूं ब्रह्म भोज की बाड़ करनी चाहुंदा। मलक भावो महाराज कहते हुण धरती बेल ना देवे कित्थे लोकां। महाराज कहते तैनूं कहा सी भी ढकी रहण दे, सानूं ना लिजा। हटिया ना, जोर जोर करना चाहुंदा सी। सो इस वास्ते इत्थे भी लोगों ने बड़ा कुछ किया कराया, 3 वारी लिखा होया और वाधा। जोड़े निंदकां सी उन्हां दे मूँह नूं फिर सवा सुमण दे जिंदे लग गए, जोड़े रोज़ चुगलियां करते। लो जी तो लटाई जाता भाईया जयराम, कल नूं तैनूं देना पऊगा। वो बेचारे नूं कई वारी होना बेबे जी ने कहना बस ਇਹਦਾ कौतक है चोजी दे, चोजी मेरे प्यारिया, चोजी मेरे हर भ्रम मेरा चोजी जीओ, आपे कान उपाय दा प्यारा, आपे गोपी खोजी जीओ। ये तो उन्होंने कौतक कर रहे हैं वो। इस वास्ते बहुत कुछ सो इसलिए जदों गुरु घर च आउणा, जिन्ना चिर समा उन्ना चिर रहन सुरती विरती मालक नाल जुड़ जाए। ਇਹਦਾ मतलब ये नहीं कि कबूतर में अखां मीट के बह जाओ तो बिल्ली छड़ देगी। कबूतर अखां मीटदा, बिल्ली ने थोड़ी छड़ना। बाज वाली शेर वाली एक दृष्टि ना पिछे देखता है, अगे ना देखता। अगे शिकार पिछे कोई गोली मारने वाला तो नहीं। ਤਾਂ शेर जंगल का राजा ਤੁਹਾਡੇ ਨਾਲ ਸਿੰਘ शब्द लाया, चाहे ਅੰਮ੍ਰਿਤ ਛਕਿਆ चाहे नहीं ਸਿੰਘ लाई फिरते हैं। ਆ ਜਿਹੜਾ ਕੇਸਗੜ੍ਹ ਕਰਤੂਤ करके गया ना, तो वह भी ਸਿੰਘ ਰਖਾਈ ਫਿਰਦਾ ਸੀ। पर ਜਿਹੜਾ ਸਿੰਘ ਹੁੰਦਾ ਉਹਦਾ ਤਾਂ ਜੀਵਨ ਹੀ ਬੜਾ ਅਲੌਕਿਕ ਹੈ। ਖਾਲਸੇ ਦਾ असर संघारवे को, दुर्जन के मारवे को, संतन अवारवे को खालसा बनायो है। अज भावें कोई कहे असीं फलाने नूं मनदे हैं, फलाना आ देश ये बस रहा रस रहा, ये 10वां पातशाह 9वें 10वें की किरपा। पर असीं अकिरत घण बन के उन्हां स्थानां ते बेअदबी करन तों भी बाज नहीं आउंदे। भावें अज किन्ने बने बैठे आ, जे उन्होंने भी मौका मिलिया अपनी पूजा प्रतिष्ठा का, ये किरपा का 10वें दी है, नहीं तो जमने कितों सी, लजने कितों सी। पर अकिरत घण जो कोई बन जाए फिर उन्होंने की कहना सुनना। इस तरह की बशर्मता इन्हों लोगों ने धारी हुई है, जिन्हों के अंदर कोई शरदा भगती कोई विचार वाली गल नहीं। जिमें कुत्ता है उन्हें जाके जिथे जाऊगा गलत क्रिया करूगा। तो जिन्हों की बिरती यह कालियाई कुत्ते मूही
ਖਾਜ ਹੋਆ ਮਰਦਾਰ ਗੁਸਾਈ। ਉਹਨੇ ਇਹ ਥੋੜ੍ਹੀ ਦੇਖਣਾ ਧਰਮ ਸਥਾਨ ਆ, ਉਹਨੇ ਤਾਂ ਉੱਥੇ ਜਾ ਕੇ ਗੰਦੇ ਹੀ ਖਿਲਾਰਨਾ। ਇਹ ਦੁਸ਼ਟ ਲੋਕਾਂ ਦੀ ਐਸੀ ਕਿਰਿਆ ਹੁੰਦੀ ਹੈ। ਇਹ ਤਾਂ ਠੀਕ ਹੈ, ਪਰ ਸਾਡਾ ਵੀ ਫਰਜ਼ ਆ ਨਾ, ਕੋਈ ਕੁੱਤਾ ਆ ਕੇ ਅੰਦਰ ਬੇਅਦਬੀ ਨਾ ਕਰੇ। ਅਤੇ ਜੇ ਆਪਾਂ ਸੁੱਤੇ ਰਹਾਂਗੇ, ਬੂਹੇ ਖੁੱਲ੍ਹੇ ਆ, ਉੱਥੇ ਚਿੜੀਆਂ ਕਬੂਤਰ ਘੁੰਮਦੇ ਰਹਿਣ, ਚਾਹੇ ਕੁੱਤੇ ਬਿੱਲੇ ਘੁੰਮਦੇ ਰਹਿਣ, ਪਰ ਆਪਾਂ ਨੂੰ ਵੀ ਤਾਂ ਸਾਵਧਾਨ ਹੋਣਾ ਪਊਗਾ ਨਾ। ਜੇ ਕਹੀਏ ਦੁਆ ਕਰੇ, ਆਪਣੇ ਘਰ ਦੀ ਰਾਖੀ ਆਪੇ ਕਰਨੀ ਪੈਣੀ ਹੈ। ਇਸ ਵਾਸਤੇ ਇਹ ਧਿਆਨ ਸਾਧਨਾ ਦਾ ਉਪਦੇਸ਼ ਥੋੜ੍ਹੇ ਸਮੇਂ 'ਚ ਬਹੁਤ ਢੰਗਾਂ ਨਾਲ ਦਿੱਤਾ ਗਿਆ। ਆਓ ਇਸ ਪਾਸੇ ਧਿਆਨ ਦੇਈਏ, ਆਪਣੇ ਵੱਲ ਵੀ, ਬੱਚੇ ਬੱਚਿਆਂ ਵੱਲ, ਸਮਾਜ ਵੱਲ, ਰਾਜਨੀਤੀ, ਪਰਮਾਰਥ, ਹਰ ਪੱਖ ਵਿੱਚ ਧਿਆਨ ਸਾਧਨ ਦੀ ਲੋੜ ਹੈ। ਵੋਟਾਂ ਆਉਂਦੀਆਂ ਉਦੋਂ ਧਿਆਨ ਸਾਧਨਾਂ ਨੇ ਲਾਣ ਪੀ ਲਿਆ, ਨਸ਼ੇ ਕਰ ਲੈ, ਫਿਰ 5 ਸਾਲ ਜੋ ਕੁਝ ਹੁੰਦਾ ਤੁਹਾਨੂੰ ਪਤਾ ਹੀ ਹੈ। ਉਦੋਂ ਸੋਚ ਖਤਮ ਕਰਕੇ ਕਰਦੇ ਹਾਂ, ਵਿਚਾਰ ਵਿਵੇਕ ਨੂੰ ਛੱਡ ਕਰਕੇ। ਇਸ ਵਾਸਤੇ ਜੇ ਸਦਾ ਵਿਵੇਕ ਬੁੱਧੀ ਰੱਖ ਕੇ ਤੁਰੀਏ ਤੇ ਦੁੱਖ ਕਾਹੇ ਕੋ ਹੋਏ, ਇਹ ਕਿਉਂ ਹੋਏਗਾ? ਉਸ ਵੇਲੇ ਤਾਂ ਹੁੰਦਾ ਵੇਲੇ ਵੀ ਹੁਣ ਮੁਫਤ ਮਿਲ ਰਿਹਾ, ਛਕ ਛਕਾ ਲਓ। ਸੋ ਆਓ, ਇਹ ਅੱਸੂ ਦਾ ਮਹੀਨਾ ਪਿਛਲਾ ਸੁੱਖ 'ਚ ਬੀਤਿਆ, ਦੁੱਖ 'ਚ ਬੀਤਿਆ, ਇਹ ਤਾਂ ਹਰ ਇੱਕ ਨੂੰ ਆਪੋ ਆਪਣਾ ਪਤਾ ਹੀ ਆ। ਮੇਰੇ ਨਾਲ ਕਿਵੇਂ ਬੀਤਿਆ, ਤੇਰੇ ਨਾਲ ਕਿਵੇਂ ਬੀਤਿਆ। ਜੇ ਸੁੱਖ ਦਾ ਬਤੀਤ ਕਰਨਾ ਚਾਹੁੰਦੇ ਹਾਂ, ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ, ਮਹਾਰਾਜ ਮਾਰਗ ਦਰਸ਼ਨ ਕਰਦੇ ਆ। ਉਹਨਾਂ ਵਿਚਾਰਾਂ ਨੂੰ ਲੈ ਕੇ ਚੱਲਾਂਗੇ। ਕਈ ਵਾਰੀ ਪ੍ਰਾਰਬਧ ਕਰਮ ਬੜਾ ਹਾਵੀ ਹੁੰਦਾ, ਪਰ ਮਹਾਰਾਜ ਦਾ ਆਸਰਾ ਲਈਏ, ਉਹ ਸੂਈ ਦੀ ਸੂਲ ਬਣ ਜਾਂਦੀ ਹੈ। 2 ਜਣੇ ਆਉਂਦੇ ਹੁੰਦੇ ਸੀ, ਇੱਕ ਨੇ ਬੇਸਵਾ ਵਾੜੇ ਜਾਣਾ, ਇੱਕ ਨੇ ਮਹਾਰਾਜ ਦੀ ਕਥਾ ਸੁਣ ਜਾਣਾ। ਉਹਨੇ ਇੱਕ ਦਿਨ ਗਿਆ, ਉਹਨੂੰ ਮੋਹਰ ਲੱਗੀ, ਉਹ ਗੁਰਸਿੱਖ ਦੇ ਪੈਰ 'ਚ ਕੰਡਾ ਵੱਜਾ। ਕਹਿੰਦਾ ਲੈ, ਤੂੰ ਮਹਾਰਾਜ ਦੀ ਕਥਾ ਸੁਣ ਜਾਣਾ, ਤੇਰੇ ਕੰਡਾ ਵੱਜਾ, ਮੈਨੂੰ ਮੋਹਰ ਮਿਲੀ। ਉਹ ਵਿਚਾਰਾ ਗਿਆ। ਮਹਾਰਾਜ ਕਹਿੰਦੇ ਅੱਜ ਲੇਟ ਹੋਇਆ, ਤੂੰ ਤਾਂ ਪੱਕਾ ਸਰੋਤਾ ਸੀ, ਪਹਿਲਾਂ 15 ਮਿੰਟ ਆਉਂਦਾ ਹੁੰਦਾ ਸੀ। ਕਹਿੰਦੇ ਮਹਾਰਾਜ ਐਉਂ ਰੋਜ਼ ਇੱਕ ਮਨਮੁਖ ਮਿਲਦਾ ਰਾਹ 'ਚ, ਆਹ ਗੱਲ ਹੋਈ। ਮਹਾਰਾਜ ਕਹਿੰਦੇ ਉਹਨੂੰ ਲਿਆਈ। ਕਹਿੰਦੇ ਇਹੋ ਜਿਹੇ ਹੁੰਦੇ ਆਉਂਦੇ ਤਾਂ ਘੱਟੇ ਹੁੰਦੇ ਆ, 10 ਲੋਕ ਚਲੋ ਖਿੱਚ ਧੂ ਕੇ ਲੈ ਆਵਾਂਗੇ। ਲੈ ਗਿਆ। ਉਹ ਤਾਂ ਮਾੜੇ ਪਾਸੇ ਹੀ ਖਿੱਚਦੇ ਹੁੰਦੇ, ਚੰਗੇ ਥੋੜ੍ਹੀ ਆਉਣਾ ਹੁੰਦਾ ਇਹਨਾਂ ਨੇ। ਉਹ ਤਾਂ ਦੂਏ ਨੂੰ ਕਹਿਣਗੇ ਚੱਲ ਤੈਨੂੰ ਗੁਰਦੁਆਰੇ ਲੈ ਜਾਈਏ, ਉਸ ਵੇਲੇ ਦਿਖਾ ਦਿੰਦੇ, ਉਸ ਵੇਲੇ ਮੈਨੂੰ ਦੱਸਦੇ ਆ ਮਨਮੁਖ ਬੰਦੇ। ਕਹਿੰਦੇ ਉਸ ਨੂੰ ਸੀਨ ਦਿਖਾ ਦਿੰਦੇ। ਉਹ ਲੈ ਆਇਆ। ਮਹਾਰਾਜ ਕਹਿੰਦੇ ਜਿੱਥੋਂ ਤੈਨੂੰ ਮੋਹਰ ਵੱਜੀ ਆ ਨਾ, ਉਹ ਜਗ੍ਹਾ ਪੱਟ ਕੇ ਦੇਖ। ਜਗ੍ਹਾ ਪੱਟੀ ਦੇ ਇੱਕ ਚਟੂਰਾ ਮਿਲਿਆ, ਭਾਂਡਾ ਦੌਰਾ, ਉਹ ਕੋਲਿਆਂ ਨਾਲ ਭਰਿਆ। ਕਹਿੰਦੇ ਤੇਰੇ ਪੁੰਨਾਂ ਦੀਆਂ ਮੋਹਰਾਂ ਸੀਆਂ, ਜਿਹੜਾ ਬੇਸਵਾ ਵਾੜੇ ਜਾਣਾ ਸਾਰੇ ਕੋਲੇ ਬਣ ਗਿਆ। ਆ ਜਿਹੜੀ ਇੱਕ ਮੋਹਰ ਮਿਲੀ, ਇਹ ਉਹਨੂੰ ਦੇ ਆਇਆ, ਇਹ ਵੀ ਕੋਲੇ ਬਣ ਗਿਆ। ਸਾਡੇ ਸਿੱਖ ਨੇ ਕਿਸੇ ਪਿਛਲੇ ਕਰਮ ਨਾਲ ਪਾਏ ਲੱਗਣਾ ਸੀ, ਉਹ ਸੂਲ ਵੱਜੀ ਆ, ਸੂਈ ਤੋਂ ਸੂਲ ਬਣ ਗਈ ਹੈ। ਇਹ ਸੰਗਤ ਦਾ ਫਲ ਹੈ, ਸੰਗਤ ਵਿੱਚ ਆਉਣ ਦਾ, ਸੰਗਤ ਕਰਨ ਦਾ, ਨਾਮ ਬਾਣੀ ਨਾਲ ਜੁੜਨ ਦਾ। ਇਸ ਕਰਕੇ ਪਿਛਲਾ ਮਹੀਨਾ ਜਿਵੇਂ ਕਿਵੇਂ ਬੀਤਿਆ, ਉਹਦੇ ਬਾਰੇ ਹਰ ਇੱਕ ਬੰਦਾ ਆਪਣੇ ਪ੍ਰਤੀ ਜਾਣਦਾ, ਸੁੱਖ ਦਾ ਬੀਤਿਆ ਕਿ ਦੁੱਖ ਦਾ, ਚਾਹੇ ਮਨ ਦਾ ਸੀ, ਚਾਹੇ ਸਰੀਰ ਦਾ ਸੀ, ਚਾਹੇ ਗੁਆਂਢੀਆਂ ਨਾਲ ਬੋਲਵਰ ਵਾਲੇ ਦਾ ਸੀ। ਕਈ ਵਾਰ ਇਹ ਵੀ ਬੜਾ ਦੁੱਖ ਹੁੰਦਾ ਨਾ, ਗੁਆਂਢੀ ਕਪੱਤੇ ਹੋਣ ਅਤੇ ਉਹ ਵੀ ਰੋਜ਼ ਨੂੰ ਕੋਈ ਫਾਹਾ ਪਿਆ ਹੀ ਰਹਿੰਦਾ। ਪਿੰਡਾਂ ਦਾ ਪਾਥੀਆਂ 'ਤੇ ਲੜਾਈ ਕਈ ਵਾਰੀ ਡਾਂਗਾਂ ਸੋਟਿਆਂ ਦੀ ਹੋ ਜਾਂਦੀ ਹੈ। ਆਹ ਕੁੱਕੜਾਂ 'ਤੇ ਬੜੀ ਹੁੰਦੀ ਹੈ, ਸਾਡੀਆਂ ਪਾਥੀਆਂ ਭਰੋ ਹੈ। ਇਸ ਤਰ੍ਹਾਂ ਬੱਕਰੇ ਬੱਕਰੀਆਂ 'ਤੇ ਸਾਡਾ ਜੀ ਉਹ ਦਰਖਤ ਖਾ ਗਏ, ਰੁੰਬਲਾਂ ਖਾ ਗਏ, ਸਾਡਾ ਕੁੱਪ ਢਾਹ ਗਏ,
ਇਹ ਚੱਲਦਾ ਹੀ ਰਹਿੰਦਾ ਇਸ ਤਰ੍ਹਾਂ ਦਾ। ਸਾਡੇ ਘਰ ਦੇ ਮੂਹਰੇ ਕੂੜਾ ਸੁੱਟ ਗਏ, ਆਪਣੇ ਰਿਵਾਜ ਵੀ ਇਹ ਜਿਹੇ ਨਾ, ਆਪਣੇ ਚੁੱਕਣਾ ਦੂਏ ਦੇ ਮੂਹਰੇ ਰੱਖ ਕੇ ਖਾਣਾ, ਆਪਣੇ ਇਹੋ ਜਿਹਾ ਬਹੁਤ ਹੈ ਨਾ। ਸੋ ਇਸ ਵਾਸਤੇ ਇਹ ਦੁੱਖ ਬਣੇ ਰਹਿੰਦੇ ਆ। ਸੁੱਖ ਕਿਵੇਂ ਹੋਵੇ? ਸੁੱਖ ਦੀ ਤਲਾਸ਼ ਵਿੱਚ ਸਾਰੇ ਆ। ਕੋਈ ਮਾਇਆ ਪਦਾਰਥਾਂ ਨਾਲ, ਕੋਈ ਕਹਿੰਦਾ ਇਸ ਤਰ੍ਹਾਂ ਮਿਲੇਗਾ, ਐਂ ਮਿਲੇਗਾ। ਮਹਾਰਾਜ ਨੇ ਸ਼ਬਦ ਵੀ ਬਹੁਤ ਵੱਡਾ ਲਿਖਿਆ, ਅਖੀਰ ਰਿਜ਼ਲਟ ਕਰ ਸੁੱਖ ਨਾ ਹੀ ਬਹੁਤ ਦੇਸ ਕਮਾਏ, ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨ। ਸੰਗਤ 'ਚ ਇੱਕ ਖਿਨ, ਗੁਰੂ ਸ਼ਬਦ ਦੀ ਸੰਗਤ ਨਾਲ ਜੁੜ ਜਾਈਏ। ਇੱਕ ਤਾਂ ਬੰਦਿਆਂ ਦੀ ਸੰਗਤ ਹੈ, ਇੱਕ ਸ਼ਬਦ ਦੀ ਸੰਗਤ ਹੈ। ਸ਼ਬਦ ਦੀ ਸੰਗਤ ਬਹੁਤ ਵੱਡੀ ਹੈ ਨਾ, ਇਹ ਹਰ ਜਗ੍ਹਾ ਮਿਲ ਜਾਂਦੀ ਹੈ। ਦੂਜੀ ਸੰਗਤ ਹਰ ਜਗ੍ਹਾ ਨਹੀਂ, ਸ਼ਬਦ ਨੂੰ ਜਿੱਥੇ ਮਰਜ਼ੀ ਜਪੀ ਚਲੋ। ਇਹ ਸੰਗਤ ਸਭ ਨੂੰ ਵੱਡੀ ਹੈ, ਗੁਰੂ ਗ੍ਰੰਥ ਸਾਹਿਬ ਸ਼ਬਦ ਦੀ। ਇੱਥੋਂ ਹਰ ਵੇਲੇ ਗਿਆਨ ਦੀ ਕਿਰਨ ਰੌਸ਼ਨੀ ਮਿਲਦੀ। ਇਸ ਵਾਸਤੇ ਇੱਕ ਖਿਨ ਕਹਿੰਦੇ ਉਹ ਮਨ ਨੂੰ ਸੁੱਖ ਦੇਣ ਵਾਲਾ ਬਣ ਜਾਂਦਾ। ਸੋ ਇਸ ਕਰਕੇ ਆਓ ਮਹੀਨੇ ਦੀ ਵਿਚਾਰ ਸੁਣੀਏ, ਇਹਦੇ ਅਨੁਸਾਰ ਗੁਜ਼ਰਨ ਦੀ ਕੋਸ਼ਿਸ਼ ਕਰੀਏ। ਤੁਹਾਡੀ ਜਿਹੜੀ ਭਾਵਨਾ ਬਾਣੀ ਅਨੁਕੂਲ ਚੱਲੋਗੇ, ਅਵਸ਼ ਮੇ ਪੂਰੀ ਹੋਏਗੀ, ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ। ਇਹ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਗੁਰਬਾਣੀ ਸਤ ਦਾ ਸਰੂਪ ਹੈ। ਜਿਹੜਾ ਇਹਦੀ ਕਮਾਈ ਕਰਦਾ ਨਾ, ਉਹ ਸਤ ਸਰੂਪ ਬਣ ਜਾਂਦਾ। ਇਹਦੇ 'ਚ ਏਡੀ ਵੱਡੀ ਤਾਕਤ। ਭਾਈ ਬਿਧੀ ਚੰਦ ਨੂੰ ਮਹਾਰਾਜ ਨੇ ਕਿਹਾ, ਸੀਨਾ ਗੁਰੂ ਕਾ ਸੀਨਾ ਸਰੂਪ ਬਣਾ ਲਿਆ ਕਿ ਨਹੀਂ? ਅਤੇ ਸੁੰਦਰ ਸ਼ਾਹ ਉਹਨੂੰ ਬਚਨ ਦੇ ਕੇ ਆਇਆ, ਉਹ ਕਹਿੰਦਾ ਮੈਂ ਤੁਹਾਨੂੰ ਗੁਰੂ ਧਾਰਨਾ। ਕਹਿੰਦੇ ਗੁਰੂ ਤਾਂ ਮਹਾਰਾਜ ਜੀ, ਮੈਂ ਤਾਂ ਸਿੱਖ ਹਾਂ। ਕਹਿੰਦੇ ਉਹਨਾਂ ਦੇ ਦਰਸ਼ਨ, ਕਹਿੰਦੇ ਮੇਰੇ ਨਾਲ ਚੱਲੋ। ਕਹਿੰਦੇ ਹੁਣ ਸਰੀਰ ਬਿਰਧਿਆ, ਜਾਣਾ ਤਾਂ ਔਖਾ, ਇੱਥੇ ਕਿਤੇ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਵੀ ਹੁਣ ਅਸੀਂ ਵੀ ਨਹੀਂ ਜਾਣਾ, ਅਸੀਂ ਤਾਂ ਹੁਣ ਇੱਥੇ ਹੀ ਰਹਿਣਾ ਕੀਰਤਪੁਰੇ। ਕਹਿੰਦੇ ਮਹਾਰਾਜ ਮੈਂ ਬਚਨ ਦਿੱਤਾ ਸੀ, ਕਹਿੰਦੇ ਸਾਡਾ ਰੂਪ ਧਾਰ ਕੇ ਤੂੰ ਦਰਸ਼ਨ ਦੇ ਦੇ। ਦੇਖ ਲਓ ਗੁਰਸਿੱਖ ਨੂੰ ਕਿੱਡੀ ਤਾਕਤ ਦੇਣ ਦੇ ਮਹਾਰਾਜ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਖਾਲਸਾ ਮੇਰੋ ਸਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਪਰ ਖਾਲਸਾ ਬਣ ਜਾਏ ਜਾਗਤ ਜੋਤ, ਜਪੈ ਨਿਸਵਾਸਰ, ਇਹ ਸ਼ਬਦ ਦੇ ਅਨੁਕੂਲ ਜੀਵਨ ਬਣ ਜਾਏ ਫਿਰ ਖਾਲਸਾ। ਅਤੇ ਜੇ ਮੈਲ ਨਾ ਭਰਿਆ ਫਿਰ ਤਾਂ ਗੱਲ ਨਹੀਂ ਨਾ ਬਣੇਗੀ। ਖਾਲਸ ਬਿਲਕੁਲ ਖਾਲਸਤਾ ਹੈ, ਖਾਲਸ ਜਾਨੋ, ਪੂਰਾ ਸ਼ੁੱਧ ਹੋ ਜਾਏ। ਸੋ ਇਸ ਵਾਸਤੇ ਦੇਖੋ ਕਿੱਡੀਆਂ ਕਿੱਡੀਆਂ ਤਾਕਤਾਂ ਮਹਾਰਾਜ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰ ਦਿੰਦੇ ਆ। ਕਹਿੰਦੇ ਮੇਰੇ ਤਾਂ ਤੂੰ ਹੀ ਮੇਰਾ ਰੂਪ ਧਾਰ ਕੇ ਉਹਨੂੰ ਦਰਸ਼ਨ ਦੇ ਦੇ। ਦੇਖੋ ਕਮਾਲ ਦੀ ਗੱਲ ਹੈ। ਕੋਈ ਹੈ ਦੁਨੀਆ ਦੇ ਇਤਿਹਾਸ 'ਚ ਇਹ ਗੱਲ? ਕੋਈ ਗੁਰੂ ਕਹੇ ਵੀ ਤੂੰ ਮੇਰਾ ਰੂਪ ਧਾਰ ਕੇ ਦਰਸ਼ਨ ਦੇ ਦੇ? ਕੈਸੀ ਮਹਾਰਾਜ ਕਿਰਪਾ ਕਰਕੇ ਗਏ ਗੁਰਸਿੱਖਾਂ 'ਤੇ ਕਰਦੇ ਆ, ਜੇ ਕੋਈ ਬਣ ਜਾਏ ਉਹਨਾਂ ਦਾ। ਸੋ ਆਓ ਪਿਆਰ ਨਾਲ ਮਹੀਨੇ ਦੀ ਵਿਚਾਰ ਸੁਣੀਏ। ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਏ। ਅਸੁਨ, ਅਸੂ ਦਾ ਮਹੀਨਾ, ਅਸੁਨ ਨਾ ਬਣ, ਸੁਣ ਵਾਲਾ ਬਣ ਜਾ। ਪ੍ਰੇਮ ਪੈਦਾ ਹੋ ਜਾਏ, ਉਮਾਹੜਾ ਬੜਾ ਉਤਸ਼ਾਹ ਪੈਦਾ ਹੋ ਜਾਏ। ਇੰਨਾ ਉਤਸ਼ਾਹ ਉਹਨਾਂ ਦਾ ਵਿਆਹ 'ਚ ਵੀ ਨਹੀਂ ਹੁੰਦਾ ਜਿੰਨਾ ਪ੍ਰੇਮੀਆਂ ਨੂੰ ਗੁਰੂ ਮਿਲਣ ਦਾ ਉਤਸ਼ਾਹ ਹੁੰਦਾ। ਵੱਡਾ ਸੰਸਾਰ 'ਤੇ ਉਤਸ਼ਾਹ ਵਿਆਹ 'ਚ ਹੀ ਮੰਨਦੇ ਨਾ। ਉਹਦਾ ਨਾਂ ਸ਼ਾਦੀ ਨਾਮੇ ਖੁਸ਼ੀ ਦਾ ਹੁੰਦਾ। ਅੱਜ ਕੱਲ੍ਹ ਤਾਂ ਕਈ ਵਾਰੀ ਵਾਤਾਵਰਨ ਹੋਰ ਇਸ ਤਰ੍ਹਾਂ ਬਣ ਜਾਂਦਾ। ਉੱਧਰ ਅਖੰਡ ਪਾਠ ਵੀ ਕਰਾ ਲਿਆ, ਕਾਟ ਵੀ ਛਪੇ ਆ। ਉਹ ਲਾਲਸਾਨੀ ਵੱਧ ਗਈ, ਕਹਿੰਦੇ ਵਿਕਾਰ ਦਿਓਗੇ ਤਾਂ ਵਿਆਹੁਣ ਆਵਾਂਗੇ। ਗੱਜ ਕੇ ਬੋਲੋ।
ਹੁਣ ਅਗਲਾ ਕਾਰ ਨਾ ਦੇਣ ਜੋਗਾ ਹੋਵੇ। ਇਹ ਕਈ ਥਾਂ ਇਹੋ ਜਿਹੇ ਵਾਤਾਵਰਨ ਛੱਡ ਜਿਦਾਈਆਂ ਹੋਈਆਂ, ਕੋਈ ਛਾਦੀ ਕਮੀ 'ਚ ਬਣ ਗਈ ਨਾ। ਪਰ ਜਿਹੜਾ ਮਹਾਰਾਜ ਦਾ ਅਸੁਨ ਪ੍ਰੇਮ ਉਮਾਹੜਾ ਅਸੂ ਮਹੀਨੇ ਦੁਆਰਾ ਬਖਸ਼ਿਸ਼ ਕਰਦੇ ਹਨ। ਗੁਰੂ ਮਹਾਰਾਜ ਦਾ ਪਿਆਰ ਉਮਾ ਅਤੇ ਉਤਸ਼ਾਹ ਪੈਦਾ ਹੋ ਜਾਏ ਕਿ ਕਿਉਂ ਮਿਲਿਆ ਹਰ ਜਾਏ। ਉਹ ਕਿਹੜਾ ਢੰਗ, ਕਿਵੇਂ ਹਰੀ ਨਿਰੰਕਾਰ ਜਦੋਂ ਵਿਛੜੇ ਹਾਂ ਉਹਨੂੰ ਜਾ ਕੇ ਮਿਲਿਆ ਜਾਏ। ਉਹ ਮਿਲਣ ਦਾ ਢੰਗ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪੈ ਆਪ ਵਿੱਚ ਆਈ, ਕੋਈ ਜਨ ਹਰਸੋਂ ਦੇਵਿਆ ਜੋਰ ਚਰਨ ਗਹੁ ਬਖੋਂ ਸੋ ਬਰਸਨ ਦੀਜੈ ਪ੍ਰਾਨ ਅਕੂਰ। ਪੂਜਾ ਪ੍ਰਾਣ ਸੇਵਕ ਜੇ ਸੇਵੈ ਇਨ ਵਿਦ ਸਾਹਿਬ ਰਬਤ ਰਹਿ। ਇਹ ਢੰਗ ਦੱਸਦਾ ਨਾ, ਯੁਗਤੀ ਵੀ ਦੱਸਦੀ ਹੈ, ਪ੍ਰਸ਼ਨ ਵੀ ਅਤੇ ਨਾਲੇ ਉੱਤਰ ਵੀ ਦੇ ਜਾਂਦੇ। ਕਿਉਂ ਮਿਲਿਆ ਹਰ ਜਾਏ, ਉਹ ਕਿਹੜਾ ਢੰਗ, ਜਿਵੇਂ ਹਰੀ ਨਿਰੰਕਾਰ ਨੂੰ ਜਾ ਕੇ ਮਿਲਿਆ ਜਾਵੇ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਮਨ ਵਿੱਚ ਵੀ ਤੇ ਤਨ ਵਿੱਚ ਵੀ ਉਹਦੇ ਦਰਸ਼ਨ ਦੀ ਪਿਆਸ ਘਣੀ ਬਹੁਤ ਗਾੜੀ ਪੈਦਾ ਹੋਈ। ਝੱਖੜ ਚਾਂਗੀ ਮੀਂਹ ਬਰਸੈ ਭੀ ਗੁਰ ਦੇਖਣ ਜਾਈ। ਹੁਣ ਦੇਖੋ ਭਾਈ ਭਗੀਰਥ ਨੇ ਦਾਤਣ ਦੀ ਸੇਵਾ ਹੀ ਲਈ, ਕੋਈ ਬਹੁਤੀ ਕੀਮਤੀ ਸੇਵਾ ਤਾਂ ਹੈ ਨਹੀਂ ਦਾਤਣ ਦੀ, ਪਰ ਮਨ 'ਚ ਘਣੀ ਪ੍ਰੀਤੀ ਸੀ ਨਾ। ਮੀਂਹ ਜਾਏ ਹਨੇਰੀ ਜਾਏ ਝੱਖੜ ਝੁੱਲੇ, ਜਦੋਂ ਸੇਵਾ ਲੈ ਲਈ ਨਾਗਾ ਨਹੀਂ ਪਾ। ਕਦੀ ਫਲਾਹ ਦੀ ਦਾਤਣ, ਕਦੀ ਨਿੰਮ ਦੀ, ਕਦੀ ਕੋਈ। ਅੱਜ ਭਾਈ ਦਾਤਣ ਕਾਹਦੀ, ਮਹਾਰਾਜ ਤਾਂ ਬੇਰੀ ਦੀ ਦਾਤਣ ਹੈ। ਮਹਾਰਾਜ ਹੱਸ ਪਏ, ਕਹਿੰਦੇ ਤੇਰੀ ਸੇਵਾ ਪ੍ਰਵਾਨ ਹੋਈ ਆਖਰੀ ਬੇਰੀ ਦੀ। ਉਹ ਦਾਤਣ ਕੱਢਤੀ ਜੀ ਤੂੰ ਬੇਰ ਸਾਹਿਬ ਬਣੀ, ਜਿਹਦੇ ਨਾਂ 'ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੇ ਤੇਰੀ ਸੇਵਾ ਪ੍ਰਵਾਨ ਹੋ ਗਈ। ਪ੍ਰਵਾਨ, ਹੁਣ ਕੋਈ ਮਾਇਆ ਤਾਂ ਦਿੱਤੀ ਨਹੀਂ, ਪਦਾਰਥ ਨਹੀਂ ਦਿੱਤੇ, ਕੱਪੜੇ ਲੱਤੇ ਨਹੀਂ ਦਿੱਤੇ, ਦਾਤਣ ਦੀ ਸੇਵਾ ਪਰ ਨਿਭਾਈ ਜਦ ਤੱਕ ਨਾਗਾ ਨਹੀਂ ਪਾਇਆ, ਰੋਜ਼ਾਨਾ ਆਉਂਦੇ ਰਹੇ। ਇਸ ਕਰਕੇ ਮਹਾਰਾਜ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ। ਅਤੇ ਜਦੋਂ ਸੱਚਖੰਡ ਚਲਾ ਗਿਆ ਕਿੱਥੇ ਬਸਤਰ ਲੈ ਕੇ ਖੜਾ ਰਿਹਾ। ਕਹਿੰਦੇ ਵੀ ਕੋਈ ਕਹੇ ਕੁਛ, ਦੁਨੀਆ ਬਗੜਵਾਸ ਬਹੁਤ ਕਰਦੀ ਸੀ, ਆਪਾਂ ਤੋਂ ਅੱਖਰ ਕਹਿ ਨਹੀਂ ਜਾਂਦੇ, ਜੋ ਬਕਵਾਸ ਕਰਦੇ ਸੀ ਲੋਕ। ਪਰ ਉਹਦਾ ਦ੍ਰਿੜ ਭਰੋਸਾ, ਕਹਿੰਦੇ ਮਹਾਰਾਜ ਆਉਣਗੇ ਬਸਤਰ ਪਹਿਨਣਗੇ। ਆਏ, ਪਹਿਨੇ, ਅਤੇ ਲੋਕਾਂ ਦੇ ਮੂੰਹ ਬੰਦ ਹੋਏ ਨਿੰਦਕਾਂ ਦੇ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ ਭੈ ਦਵਾਨਾ ਸ਼ਾਹ ਕਾ ਨਾਨਕ ਬੌਰਾਨਾ। ਬਾਣੀ 'ਚ ਲਿਆ ਗਿਆ ਇਹ ਗੱਲ, ਲੁਕੀ ਛਿਪੀ ਨੇ ਮਹਾਰਾਜ ਲਿਖ ਕੇ ਗਿਆ, ਆਹ ਕੁਝ ਕਰਦੇ ਰਿਹਾ ਸਾਡੇ ਨਾਲ। ਸੋ ਇਸ ਵਾਸਤੇ ਉਹਦੀ ਸੇਵਾ ਖਾਏ ਪੈ ਗਈ, ਕਿਉਂਕਿ ਮਨ ਵਿੱਚ ਵੀ ਤਨ ਵਿੱਚ ਉਹਨਾਂ ਦੇ ਦਰਸ਼ਨ ਦੀ ਘਣੀ ਪਿਆਸ ਸੀ। ਕੋਈ ਆਣ ਮਿਲਾਵੇ ਮਾਏ, ਕੋਈ ਪ੍ਰੇਮੀ ਆਏ ਜਿਹੜਾ ਆ ਕੇ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਣਾ ਕਰੇ। ਸੰਤ ਸਹਾਈ ਪ੍ਰੇਮ ਕੇ, ਇਹ ਪ੍ਰੇਮ ਵਧਾਉਣ ਵਿੱਚ ਸੰਤ ਸਹਾਇਕ ਆ, ਕਿਉਂਕਿ ਉਹਨਾਂ ਦੇ ਅੰਦਰ ਪਿਆਰ ਹੁੰਦਾ। ਅਤੇ ਜਿਹੜਾ ਆਪਣੇ ਹਿਰਦਾ ਉਛਰ ਕਲਰੀ ਭੂਮੀ ਨੂੰ ਖੁਸ਼ ਕਿਹਾ, ਨਾਸਤਕ ਬੰਦਾ ਉਹ ਪਿਆਰ ਕਿੱਥੇ ਪੈਦਾ ਕਰੇਗਾ। ਤਾਂ ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਨੀਆਂ, ਅਗਲੇ ਦੀ ਬਣੀ ਹੋਈ ਸ਼ਰਧਾ ਵੀ ਤੋੜ ਕੇ ਰੱਖ ਦੇਣੀ। ਜਿਹੜੀ ਸ਼ਰਧਾ ਬਣੀ ਵੀ ਹੈ ਨਾ ਉਹ ਵੀ ਖਤਮ ਕਰ ਦੇਣੀ, ਮਨਮੁਖਾਂ ਦੀ ਇੱਕ ਸੰਗਤ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸਾਖਤ ਸੰਗ ਨਾ ਕੀਚੇ ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸਿਆ ਤੋ ਕਛ ਲਾਗੈ ਦਾਗ। ਖਲ ਜਨੋਂ ਕੇ ਬਚਨ ਪਰੇ ਨ ਕਰਨ ਮਝਾਰ,
ਕਹਿੰਦੇ ਇਹਨਾਂ ਮੂਰਖਾਂ ਦੇ ਬਚਨ ਤਾਂ ਕਿਤੇ ਭੁੱਲ ਕੇ ਵੀ ਕੰਨ 'ਚ ਨਾ ਪੈ ਜਾਣ, ਜਿਹੜੇ ਨਾਸਤਕ ਬੰਦੇ, ਰੱਬ ਤੋਂ ਬੇਮੁਖ ਬੰਦੇ। ਇਸ ਕਰਕੇ ਮਹਾਰਾਜ ਕਹਿੰਦੇ ਸੰਤ ਸਹਾਈ, ਸੰਤ ਜਿਹਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਹੋਇਆ, ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਹੈ, ਭੇਖੀ ਦੀ ਗੱਲ ਨਹੀਂ ਹੈ। ਹਾਂਜੀ, ਸੰਤ ਸਹਾਈ ਪ੍ਰੇਮ ਕੇ, ਉਹਨਾਂ ਦੇ ਅੰਦਰ ਪਿਆਰ, ਉਹ ਪਿਆਰ ਦੀਆਂ ਸਾਖੀਆਂ ਸੁਣਾਉਂਦੇ ਆ, ਪਿਆਰ ਦੇ ਬਚਨ ਸੁਣਾਉਂਦੇ ਆ, ਮਨਮੁਖਾਂ ਨੂੰ ਵੀ ਗੁਰਮੁਖ ਬਣਾ ਦਿੰਦੇ ਆ। ਸੰਤ ਸਹਾਈ ਪ੍ਰੇਮ ਕੇ, ਪ੍ਰੇਮ ਵਧਾਉਣ ਵਿੱਚ ਉਹ ਸਹਾਇਕ। ਸੰਤ ਸਹਾਈ ਪ੍ਰੇਮ ਕੇ ਹੋਂ ਲਾਗਾ ਤਿਨ ਕਹਿ ਪਾਏ। ਅਸੀਂ ਉਹਨਾਂ ਦੇ ਚਰਨੀ ਲੱਗਦੇ, ਮਹਾਰਾਜ ਸਾਨੂੰ ਗੁਰੂ ਦੇ ਪਿਆਰ ਦੇ ਬਚਨ ਸੁਣਾਓ, ਸਾਡੇ ਮਨ ਸ਼ਰਧਾ ਵੱਜੇ, ਅੰਮ੍ਰਿਤ ਛਕਣ ਦਾ ਪਿਆਰ ਪੈਦਾ ਹੋਵੇ, ਬਾਣੀ ਪੜ੍ਹਨ ਦਾ, ਨਾਮ ਜਪਣ ਦਾ। ਹੁਣ ਦੇਖੋ ਭਾਈ ਭਗੀਰਥ ਜੀ ਆਏ, ਭਾਈ ਮਨਸੁਖ, ਉਹ ਸੰਗਲਾ ਦੀਪ ਗਿਆ, ਸੰਗਲ ਦਾ ਦੀਪ ਰਾਜੇ ਦੇ ਮਨ 'ਚ ਵੀ ਪਿਆਰ ਪੈਦਾ ਕਰਤਾ ਕਿ ਨਹੀਂ? ਬਿਧੀ ਚੰਦ ਗਏ, ਸੁੰਦਰ ਸ਼ਾਹ ਦੇ ਮਨ 'ਚ ਪਿਆਰ ਪੈਦਾ ਕਰਤਾ ਮਹਾਰਾਜ ਦਾ। ਭਾਈ ਮਾਧੋ ਜੀ ਗਏ ਕਸ਼ਮੀਰ 'ਚ, ਸਾਰੀ ਸੰਗਤ। ਭਾਈ ਗੁਰਦਾਸ ਕਾਸ਼ੀ ਗਏ, ਰਾਜੇ ਤੱਕ ਕਿੰਨੇ ਪ੍ਰੇਮੀ ਪੈਦਾ ਕਰਤੇ। ਇਹ ਪ੍ਰੇਮੀ ਦੀ ਗੱਲ ਬਾਬਾ ਸਾਹਿਬ ਨੂੰ ਮਿਲ ਗਏ ਪਹਾੜ 'ਚ, ਬਾਬਾ ਗੁਰਦਿੱਤਾ ਸਾਹਿਬ ਉੱਧਰ ਗਏ, ਕਿੰਨੇ ਗੁਰਸਿੱਖਾਂ ਦੀਆਂ, ਬਲਾਕੀ ਦਾਸ ਗਿਆ, ਬੇਅੰਤ ਗੁਰਸਿੱਖ ਜਿਨ੍ਹਾਂ ਦੀਆਂ ਡਿਊਟੀਆਂ ਬਾਬਾ ਮਨ ਸਾਹਿਬ ਜਿੱਥੇ ਜਿਹੇ ਇਲਾਕਿਆਂ 'ਚ ਲਾਈਆਂ, ਉੱਥੇ ਜਾ ਜਾ ਕੇ ਮਨਮੁਖ ਲੋਕਾਂ ਵਿੱਚ ਮਹਾਰਾਜ ਦੀਆਂ ਕਥਾ ਕਹਾਣੀਆਂ ਸੁਣਾ ਕੇ ਲੋਕਾਂ ਦੇ ਮਨਾਂ ਸ਼ਰਧਾ, ਵਿਸ਼ਵਾਸ ਅਤੇ ਪਿਆਰ ਪੈਦਾ ਕਰ। ਸੰਤ ਸਹਾਈ ਪ੍ਰੇਮ ਕੇ ਹੁਣ ਲਾਗਾ ਤਿਨ ਕਹਿ ਪਾਏ। ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ ਕਿ ਸਾਨੂੰ ਟੁੱਟਿਆਂ ਨੂੰ, ਮਨਮੁਖਾਂ ਨੂੰ, ਸਾਧਕ ਲੋਕਾਂ ਨੂੰ, ਨਾਸਤਕ ਲੋਕਾਂ ਨੂੰ ਤੁਸੀਂ ਗੁਰੂ ਚਰਨਾਂ ਨਾਲ ਜੋੜ ਦਿੱਤਾ ਹੈ। ਹਉ ਤਿਨ ਕੈ ਲਾਗਾ ਪਾਏ। ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਵਿਣ ਪ੍ਰਭ ਕਿਉ ਸੁਖ ਪਾਈਐ। ਉਹ ਮਹਾਂਪੁਰਖ ਦੱਸਦੇ ਆ ਕਿ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਚਾਹੇ ਤੇਰੇ ਕੋ ਕਿੰਨਾ ਆ ਜਾਏ, ਬਸੰਤ ਸਵਰਗ ਲੋਕ ਹੈ, ਜਿੱਤੇ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮ। ਸ਼ਾਂਤੀ ਨਹੀਂ ਆਉਣੀ। ਪਰਮਾਤਮਾ ਦੀ ਪ੍ਰਾਪਤੀ ਬਿਨਾਂ ਕਦੀ ਸੁੱਖ, ਕਦੀ ਸ਼ਾਂਤੀ ਨਹੀਂ ਮਿਲਦੀ ਹੈ। ਦੂਜੀ ਨਾਹੀ ਜਾਏ। ਮਨ ਨੂੰ ਸ਼ਾਂਤ ਕਰਨ ਲਈ ਗੁਰੂ ਸਾਹਿਬ ਦੇ ਚਰਨਾਂ ਤੋਂ ਬਿਨਾਂ ਦੂਜੀ ਕੋਈ ਥਾਂ ਜਗ੍ਹਾ ਨਹੀਂ ਹੈ। ਜਿਨੀ ਚਾਖਿਆ ਪ੍ਰੇਮ ਰਸ। ਜਿਨੀ ਪ੍ਰੇਮ ਦਾ ਰਸ ਚੱਖ ਲਿਆ, ਆ ਨਸ਼ਿਆਂ ਦਾ ਰਸ। ਇੱਥੇ ਉਸ ਹੁਣ ਤਾਂ ਗੁਜ਼ਰ ਗਿਆ, ਸ਼ਿਕਾਰੀ ਵੀ ਬੜਾ ਤਗੜਾ ਸੀ, ਅਤੇ ਛਕਣ ਛਕਾਉਣ ਦਾ ਵੀ ਕਹਿੰਦੇ ਬਾਬਾ ਜੀ ਪਹਿਲਾਂ ਕਿਉਂ ਨਾ ਮਿਲੇ, 15 ਸਾਲ ਕਿਉਂ ਗਵਾ ਲਏ। ਮੈਂ ਕਿਹਾ ਵੀ ਇਹਦਾ ਹਰ ਚੀਜ਼ ਟਾਈਮ ਨਾਲ ਹੀ ਆ, ਟਾਈਮ ਨਾਲ। ਅਤੇ ਪਹਿਲਾਂ ਹੁਣ ਮਾਦਕ ਚੀਜ਼ਾਂ ਦਾ ਰਸ ਲੈਂਦੇ ਸੀ ਨਾ, ਅਤੇ ਜਿਹੜੇ ਪ੍ਰੇਮ ਦਾ ਰਸ ਹੈ ਫਿਰ ਪਤਾ ਲੱਗਾ ਵੀ ਅਸਲੀ ਰਸ ਤਾਂ ਇਹ ਸੀ। ਇਹ ਰਸ ਸਾਡਾ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਨੰਨਾ ਰਸ ਨਰਸ ਕਰ ਜਾਣਿਆ। ਜਿਨ੍ਹਾਂ ਚੀਜ਼ਾਂ 'ਚ ਲੋਕ ਰਸ ਮੰਨਦੇ ਉਹ ਕਰਸਿਆ, ਪਰ ਜਦੋਂ ਅੰਦਰੋਂ ਬਾਣੀ ਨਾਮ ਦਾ ਰਸ ਆ ਜਾਏ, ਕਹਿੰਦੇ ਲੈ ਵੀ ਇੰਨੀ ਜ਼ਿੰਦਗੀ ਨਸ਼ਿਆਂ ਪੱਤਿਆਂ ਵਿੱਚ ਬਰਬਾਦ ਕਰ ਲਈ, ਫਿਰ ਪਛਤਾਉਂਦੇ ਆ, ਫਿਰ ਵੀ ਚੰਗਾ ਲੱਗਦਾ। ਅਤੇ ਕਈ ਫਿਰ ਕਹਿਣਗੇ ਲਓ ਜੀ ਇਹਦਾ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਤੁਰਦਾ ਪਈ, ਤੁਸੀਂ ਹਾਲੇ ਵੀ ਨਹੀਂ ਤੁਰੇ, ਉਹਦਾ ਫਿਰ ਵੀ ਚੰਗਾ। ਗਲਤੀ ਮੰਨ ਕੇ, ਗਲਤੀ ਛੱਡ ਕੇ ਚੰਗੇ ਪਾਸੇ ਤੁਰ ਪਿਆ, ਤੁਹਾਡੇ ਨੂੰ ਤਾਂ ਫਿਰ ਵੀ ਚੰਗਾ, ਅਤੇ ਤੁਸੀਂ ਇੰਨੇ ਵੀ ਕਰਨ ਜੋਗੇ ਨਹੀਂ, ਇਹ ਤੀਜਣਾ ਕਰਨਗੇ ਲੋਕ। ਇਸ ਕਰਕੇ ਕਹਿੰਦੇ ਜਿਨੀ ਚਾਖਿਆ ਪ੍ਰੇਮ ਰਸ, ਪ੍ਰੇਮ ਦਾ ਰਸ ਜਿਹਨੀ ਚੱਖ ਲਿਆ ਨਾ, ਫਿਰ ਬੰਦ ਵੀ ਘੱਟ ਹੋ ਜਾਏ, ਆਰਾ ਵੀ ਫਿਰ ਜਾਏ, ਖੋਪਰੀ ਵੀ ਲੈ ਜਾਏ, ਪ੍ਰੇਮ ਦੇ ਰਸ ਨੂੰ ਖਤਮ ਨਹੀਂ ਕਰ ਸਕਦਾ। ਜਿਹਨੀ ਚਾਖਿਆ ਪ੍ਰੇਮ ਸੇ। ਅੱਗੇ ਪੜ੍ਹੋ। ਸੇ ਤ੍ਰਿਪਤ ਰਹੇ ਆਗਾਏ। ਉਹ ਤ੍ਰਿਪਤ ਹੋਏ, ਅਗਾਏ ਮੈਨੇ ਪੂਰਨ ਤੌਰ 'ਤੇ ਰੱਜ ਗਏ ਹਨ। ਉਹਨਾਂ ਨੂੰ ਬੜੇ ਲਾਲਚ ਦਿੱਤੇ। ਬਾਦਸ਼ਾਹ ਮੈਂ ਆਪਣੀ ਲੜਕੀ ਦੇ ਦਿੰਦਾ, ਇਸਲਾਮ ਕਬੂਲ ਹੈ, ਤੈਨੂੰ ਵੱਡਾ ਗਵਰਨਰ ਬਣਾ ਦਿੰਦੇ ਹਾਂ, ਸੂਬੇਦਾਰ ਬਣਾ ਦਿੰਦੇ ਹਾਂ। ਉਹ ਕਹਿੰਦੇ ਜੋ ਗੁਰੂ ਨਾਨਕ ਨੇ ਦਿੱਤਾ ਉਹ ਤੋਂ ਵੱਧ ਉਹ ਵੀ ਦੇ ਦਿੰਦੇ। ਸਿੱਖੀ ਤੋਂ ਵੱਧ ਕੋਈ ਚੀਜ਼ ਹੈ ਹੀ, ਜਿਹੜਾ ਸਿੱਖ ਬਣ ਗਿਆ ਇਹ ਤੋਂ ਵੱਧ ਕੋਈ ਚੀਜ਼ ਹੈ? ਇਹ ਤਾਂ ਬਹੁਤ ਵੱਡੀ ਬਰਕਤ।
ਪਰ ਅਸੀਂ ਅੱਜ ਸਿੱਖੀ ਨੂੰ ਸਮਝਦੇ ਕੁਛ ਨਹੀਂ। ਇਸ ਤਰ੍ਹਾਂ ਮਨ ਪੁਣੇ ਦੇ ਵਿੱਚ ਰੋਮਾਂ ਦੀ ਬੇਅਦਬੀ ਕਰ ਨਸ਼ਿਆਂ ਪੱਤਿਆਂ 'ਚ ਗਰਕ ਹੋ ਰਹੇ ਹਾਂ। ਆਪ ਤਿਆਗ ਬਿਨਤੀ ਕਰੇ, ਤਾਂ ਗੁਰੂ ਘਰ ਤੋਂ ਮਿਲੇਗਾ ਕੁਝ। ਆਪਾ ਭਾਵ ਹੰਕਾਰ ਤਿਆਗ ਕੇ, ਗਲ 'ਚ ਪੱਲਾ ਪਾ ਕੇ ਨਿਮਰਤਾ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੇ। ਲੈ ਪ੍ਰਭੂ ਲੜ ਲਾਏ, ਪ੍ਰਭੂ ਕਿਰਪਾ ਕਰਕੇ ਸਾਨੂੰ ਆਪਣੇ ਲੜ ਪੱਲੇ ਲਾ ਲਓ, ਗੁਰਸਿੱਖੀ ਦੀ ਦਾਤ ਬਖਸ਼ ਦੇਣਾ ਕਰੋ। ਜੋ ਹਰ ਕੰਤ ਮਿਲਾਈਆ, ਜਿਨ੍ਹਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਕੰਤ ਮਾਲਕ ਨੇ ਆਪਣੇ ਚਰਨਾਂ ਨਾਲ ਮਿਲਾ ਲਿਆ, ਅਭੇਦ ਕਰ ਲਿਆ ਹੈ। ਸੇ ਵਿਛੜ ਕਤਹਿ ਨਾ ਜਾਏ, ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਜਿਹੜੀਆਂ ਨਦੀਆਂ ਸਮੁੰਦਰ 'ਚ ਮਿਲ ਗਈਆਂ, ਹੁਣ ਬਸ ਕੀ ਹੋਣਾ, ਅਭੇਦ ਹੋ ਗਈਆਂ। ਉੱਥੇ ਹੈ ਵੀ ਗੰਗਾ ਦਾ ਪਾਣੀ ਹੈ ਕਿ ਜਮਨਾ ਦਾ ਜਾਂ ਸਰਸਵਤੀ ਦਾ ਨਰਮਦਾ ਦਾ ਪਾਣੀ ਹੈ, ਉੱਥੇ ਸਮੁੰਦਰ ਵੱਜਦਾ। ਅਤੇ ਜਿਹੜੇ ਉਹਦੇ ਨਾਲ ਭੇਦ ਹੋ ਗਏ, ਬੰਦ ਕੱਟੀ ਜਾਏ, ਆਰਾ ਫੇਰੀ ਜਾਏ, ਉਹ ਫਿਰ ਗੁਰੂ ਨੂੰ ਵੱਖ ਨਹੀਂ ਹੁੰਦੇ, ਜੁਦੇ ਨਹੀਂ ਹੁੰਦੇ, ਉਹ ਤਾਂ ਉਹਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਪ੍ਰਭ ਵੈਣ ਦੂਜਾ ਕੋ ਨਹੀਂ, ਉਹਨਾਂ ਦਾ ਦ੍ਰਿੜ ਵਿਸ਼ਵਾਸ ਭਰੋਸਾ ਇੰਨਾ ਹੁੰਦਾ। ਉਹ ਕਹਿੰਦੇ ਆ ਦੁਨੀਆ ਦੇ ਐਵੇਂ ਦਿਖਾਵੇ ਕੀ ਕਰਦੇ ਫਿਰਦੇ, ਫੋਕੇ ਪਾ ਜਿਆ ਨਹੀਂ। ਪ੍ਰਭੂ ਤੋਂ ਬਿਨਾਂ ਦੂਜੀਆਂ ਚੀਜ਼ਾਂ ਨੂੰ, ਨਾਮ ਤੋਂ ਬਿਨਾਂ, ਸਿੱਖੀ ਤੋਂ ਬਿਨਾਂ ਤੁੱਛ ਸਮਝਦੇ ਹਨ। ਨਾਨਕ ਹਰਿ ਸ਼ਰਣਾਏ, ਕਿ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਉਪਦੇਸ਼ ਲੈ ਕੇ ਉਹ ਪੱਕੇ ਤੌਰ 'ਤੇ ਗੁਰੂ ਕੀ ਸ਼ਰਨ ਵਿੱਚ ਆ ਜਾਂਦੇ ਹਨ। ਅਸੂ ਸੁਖੀ ਵਸੰਤੀਆਂ, ਐਸੇ ਪੁਰਸ਼ ਜਿਹੜੇ ਇਸ ਮਰਜ਼ਾਦਾ ਵਿੱਚ ਚੱਲਦੇ ਹਨ, ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਹਨ, ਉਹ ਸਦਾ ਸੁੱਖ ਵਿੱਚ ਹੀ ਵਸਦੇ ਹਨ। ਜਿਨ੍ਹਾਂ ਮਾਇਆ ਹਰ ਰਾਏ, ਹਰੀ ਜੋ ਰਾਜਾ ਰੂਪ ਪ੍ਰਕਾਸ਼ ਰੂਪ, ਉਹਦੀ ਜਿਨ੍ਹਾਂ 'ਤੇ ਮਾਇਆ ਮੈਨੇ ਦਇਆ ਕਿਰਪਾ ਹੋ ਜਾਂਦੀ ਹੈ। ਇਹ ਸਤਸੰਗੀਓ, ਅੱਜ ਉਹ ਮਹੀਨਾ ਆਰੰਭ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦਾ ਜੋ ਉਪਦੇਸ਼, ਉਹ ਵਿਆਖਿਆ ਰੂਪ 'ਚ ਆਪ ਜੀ ਨੇ ਸ਼ਬਦ ਰੂਪ ਵੀ, ਅਰਥ ਰੂਪ ਵਿੱਚ ਵੀ ਸ਼ਰਵਣ ਕੀਤਾ। ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰੋਗੇ ਅਤੇ ਇਹ ਤਿੰਨ ਕਾਲ ਸੱਤ ਹੈ ਕਿ ਆਪ ਜੀ ਨੂੰ ਜ਼ਰੂਰ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਹੋਵੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਵੀ। ਮਹਾਰਾਜ ਮਿਹਰ ਕਰਨ, ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਭਾਗ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਜਾ ਕੇ ਜਿਹੜੀਆਂ ਕਰੈਤਾਂ ਛੱਡੋ, ਵੱਧ ਤੋਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਪੰਥ 'ਤੇ ਸ਼ਾਮਿਲ ਹੋਵੋ ਔਰ ਗੁਰੂ ਮਹਾਰਾਜ ਦੀ ਅਸੀਸ ਪ੍ਰਾਪਤ ਕਰੋ। ਹਾਂਜੀ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਣਾਏ। ਅਸੂ ਸੁਖੀ ਵਸੰਤੀਆਂ, ਜਿਨ੍ਹਾਂ ਮਾਇਆ ਹਰ ਰਾਏ। ਸਾਧ ਸੰਗਤ ਜੀ, ਗਿਆਨੀ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ। ਉਪਰੰਤ ਅਰਦਾਸ, ਸ੍ਰੀ ਮੁਖ ਵਾਕ, ਪ੍ਰਸ਼ਾਦ ਦੇਗ ਲੈ ਕੇ ਉਸ ਤੋਂ ਬਾਅਦ ਜਿਵੇਂ ਆਪ ਦੀ ਇੱਛਾ ਕੋਈ ਨਹੀਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।